ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਦੂਸਰਾ ਲੈਕਚਰ ਹੈ, ਜਦੋਂ ਆਪਾਂ ਇਸ ਜੀਵਨ ਦੀ ਗੱਲ ਕਰਦੇ ਹਾਂ, ਇਹ ਮਨੁੱਖਾ ਜੀਵਨ ਦੀ ਗੱਲ ਕਰਦੇ ਹਾਂ, ਤੇ ਇਹ ਜੀਵਨ ਸਭ ਤੋਂ ਉੱਤਮ ਜੀਵਨ ਮੰਨਿਆ ਜਾਂਦਾ ਹੈ। ਜਦੋਂ ਆਪਾਂ 84 ਲੱਖ ਜੂਨਾਂ ਦੇ ਵੱਲ ਨਜ਼ਰ ਮਾਰਦੇ ਹਾਂ ਤਾਂ 84 ਲੱਖ ਜੂਨਾਂ ਵਿੱਚੋਂ ਇਹ ਜੂਨ, ਇਹ ਵਾਲਾ ਜਨਮ, ਮਨੁੱਖਾ ਜਨਮ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਤੇ ਜਦੋਂ ਇਹ ਜਨਮ ਸਭ ਤੋਂ ਉੱਤਮ ਹੈ ਤਾਂ ਇਸ ਜਨਮ ਦਾ ਮਕਸਦ ਵੀ ਬੜਾ ਵਧੀਆ ਹੈ, ਮਨੋਰਥ ਵੀ ਬੜਾ ਵਧੀਆ ਹੈ ਕਿ ਜਨਮ ਕਿਸ ਵਾਸਤੇ ਮਿਲਿਆ ਹੈ। रोज़ शाम ਨੂੰ ਆਪਾਂ ਰਹਿਰਾਸ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹਦੇ ਹਾਂ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤੇਰੀ ਵਾਰੀ ਹੈ ਪਰਮਾਤਮਾ ਨੂੰ ਮਿਲਣ ਦੇ ਲਈ। ਬੜੇ ਸਾਰੇ ਜਨਮਾਂ ਦੇ ਵਿੱਚੋਂ ਨਿਕਲ ਕੇ ਇਹ ਜਨਮ ਮਿਲਿਆ, ਤੇ ਜਦੋਂ ਇਹ ਜਨਮ ਮਿਲਿਆ ਉਸ ਤੋਂ ਬਾਅਦ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ, ਇਸ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਐਸਾ ਗਵਾਚਿਆ ਕਿ ਮਕਸਦ ਨੂੰ ਭੁੱਲ ਗਿਆ। ਇੱਥੇ ਕਰਨਾ ਕੀ ਸੀ, ਉਸ ਮਕਸਦ ਨੂੰ ਭੁੱਲ ਗਿਆ। ਜਦੋਂ ਆਪਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਸਾਡੇ ਇਸ ਜੀਵਨ ਦੇ ਇਸ ਮਕਸਦ ਦਾ, ਇਸ ਸਾਡੇ ਬੁਨਿਆਦੀ ਸਵਾਲ ਦਾ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ। ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਆਪਾਂ ਪੜ੍ਹਦੇ ਹਾਂ, ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾ। ਜੀਵ ਸਚਿਆਰ ਕਿਵੇਂ ਬਣੇ, ਕਿਉਂਕਿ ਜਿਹੜਾ ਮਕਸਦ ਪਰਮਾਤਮਾ ਨੂੰ ਮਿਲਣ ਦਾ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਤਾਂ ਪ੍ਰਾਪਤ ਹੋਏਗੀ, ਇਹ ਵਾਰੀ ਤਾਂ ਸਫਲ ਹੋਏਗੀ ਜੇ ਜੀਵ ਸਚਿਆਰ ਬਣੇਗਾ। ਇਹ ਕੂੜ ਦੀ ਦੀਵਾਰ ਜਦੋਂ ਟੁੱਟੇਗੀ, ਤੇ ਸਾਡੇ ਅੱਜ ਦੇ ਦੂਸਰੇ ਲੈਕਚਰ ਦਾ ਵਿਸ਼ਾ ਇਹੀ ਹੈ ਕਿ ਸਚਿਆਰਾ ਹੋਈ ਹੈ। ਡਾਕਟਰ ਜਸਵੰਤ ਸਿੰਘ ਜੀ ਇਸ ਦੂਸਰੇ ਲੈਕਚਰ ਦੇ ਨਾਲ ਕਿ ਸਚਿਆਰ ਕਿਵੇਂ ਬਣਿਆ ਜਾਏ, ਇਸ ਵਿਸ਼ੇ ਦੇ ਉੱਪਰ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਮੈਂ ਬੇਨਤੀ ਕਰਾਂਗਾ ਡਾਕਟਰ ਜਸਵੰਤ ਸਿੰਘ ਜੀ ਉਹ ਆ ਕੇ ਆਪ ਜੀ ਦੇ ਨਾਲ ਇਸ ਵਿਸ਼ੇ ਦੀ, ਕਿਉਂਕਿ ਬੜਾ ਸਾਡਾ ਇਹ ਜ਼ਰੂਰੀ ਵਿਸ਼ਾ ਹੈ, ਸਾਡੀ ਜ਼ਿੰਦਗੀ ਦਾ ਇਹ ਬੁਨਿਆਦੀ ਸਵਾਲ ਹੈ। ਜਦੋਂ ਵੀ ਵਿਦਵਾਨ ਸੱਜਣ ਜਪਜੀ ਸਾਹਿਬ ਦੀ ਬਾਣੀ ਬਾਰੇ ਗੱਲ ਕਰਦੇ ਨੇ ਤਾਂ ਇਸ ਦੇ ਸਵਾਲ ਦਾ ਜ਼ਿਕਰ ਕਰਦੇ ਨੇ ਕਿ ਇਹ ਸਾਡੀ ਜ਼ਿੰਦਗੀ ਦਾ ਇੱਕ ਬੁਨਿਆਦੀ ਸਵਾਲ ਹੈ, ਤੇ ਸਾਨੂੰ ਸਾਰਿਆਂ ਨੂੰ ਇਸ ਦੇ ਬਾਰੇ ਜ਼ਰੂਰ ਸਮਝ ਹੋਣੀ ਚਾਹੀਦੀ ਹੈ। ਤੇ ਅੱਜ ਡਾਕਟਰ ਸਾਹਿਬ ਸਾਡੇ ਵਿੱਚ ਇਸ ਵਿਸ਼ੇ ਤੇ ਗੱਲ ਕਰਨ ਲਈ ਸਾਡੇ ਕੋਲ ਪੁੱਜੇ ਨੇ। ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ, ਕਿਵ ਸਚਿਆਰਾ ਹੋਈ ਹੈ, ਭਾਵ ਜੀਵਨ ਵਿੱਚ ਸਚਿਆਰ ਕਿਵੇਂ ਬਣਿਆ ਜਾਏ, ਇਸ ਵਿਸ਼ੇ ਤੇ ਆਪ ਜੀ ਦੇ ਨਾਲ ਵਿਚਾਰ ਕਰਨਗੇ ਜੀ ਡਾਕਟਰ ਜਸਵੰਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਰੰਭ ਕਰਨ ਤੋਂ ਪਹਿਲਾਂ ਇੱਕ ਦੋ ਬੇਨਤੀਆਂ, ਕੁਝ ਤੁਹਾਡੇ ਵੱਲੋਂ ਪੁੱਛਿਆ ਗਿਆ, ਕੁਝ ਦੱਸਿਆ ਗਿਆ, ਕੁਝ ਕਿਹਾ ਗਿਆ। ਸੋ ਇਸ ਤਰ੍ਹਾਂ ਕਿ ਵੇਖੋ, ਆਪਾਂ ਜਦੋਂ ਕੋਈ ਵੀ ਗੱਲ ਕਰਦੇ ਹਾਂ ਨਾ, ਤੇ ਇੱਕ ਹੀ ਲੈਕਚਰ ਦੇ ਵਿੱਚ ਜਾਂ ਇੱਕ ਹੀ ਥੀਮ ਨੂੰ ਲੈ ਕੇ ਸਾਰੀਆਂ ਗੱਲਾਂ ਨਹੀਂ ਹੋ ਸਕਦੀਆਂ। ਜੇ ਇੱਦਾਂ ਕਰਾਂਗੇ ਤੇ ਫਿਰ ਉਹ ਸਾਰਾ ਜਿਹੜਾ ਨਾ ਉਹ ਸਕੈਟਰ ਹੋ ਜਾਏਗਾ, ਹੈ ਨਾ, ਉਹਦੇ 'ਚੋਂ ਫਿਰ ਗ੍ਰਹਿਣ ਕਰਨ ਲਈ ਬਹੁਤ ਥੋੜ੍ਹਾ ਰਹਿ ਜਾਂਦਾ ਹੈ। ਸੋ ਇੱਕ ਤਾਂ ਇਹ ਹੈ ਕਿ ਬੜੇ ਪੇਸ਼ੈਂਸ ਨਾਲ, ਜਿਵੇਂ ਸ਼ੁਰੂ ਵਿੱਚ ਵੀ ਕਿਹਾ ਸੀ, ਵੀ ਇਹ ਸਾਰਾ ਜਿਹੜਾ ਕੋਰਸ ਹੈ ਨਾ ਉਹਨੂੰ ਕੰਪਲੀਟ ਕਰੋ। ਐਂਡ ਤੁਸੀਂ ਦੇਖੋਗੇ ਕਿ ਸਾਰੇ ਕੋਰਸ ਵਿੱਚ ਜਿਹੜੀਆਂ ਤੁਹਾਡੇ ਮਨ ਵਿੱਚ ਸਵਾਲ ਉੱਠਦੇ ਨੇ, ਉਹ ਉਹਦੇ 'ਚ ਫਿਰ ਆਨਸਰ ਹੋ ਰਹੇ ਨੇ ਸਾਰੇ, ਕਿਉਂਕਿ ਕੋਰਸ ਦਾ ਜੋ ਡਿਜ਼ਾਈਨ ਹੈ ਨਾ ਉਹ ਇਸ ਤਰ੍ਹਾਂ ਕੀਤਾ ਹੋਇਆ ਵੀ 1 ਬਾਈ 1 ਜਿਸ ਟਾਈਟਲ ਨੂੰ ਲੈ ਕੇ, ਜਿਸ ਥੀਮ ਨੂੰ ਲੈ ਕੇ ਸਾਨੂੰ ਕਿਹਾ ਜਾਂਦਾ, ਸੋ ਅਸੀਂ ਉਹਦੇ 'ਤੇ ਕੇਂਦਰਿਤ ਰਹਿੰਦੇ, ਹੈ ਨਾ ਜੀ। ਸੋ ਸਾਰੀਆਂ ਗੱਲਾਂ ਦਾ ਜਵਾਬ ਇੱਕ ਹੀ ਲੈਕਚਰ ਵਿੱਚ ਨਹੀਂ ਹੋ ਸਕਦਾ। ਦੂਜਾ ਹੈ ਕਿ ਜਿਵੇਂ ਸੋਸ਼ਲ ਮੀਡੀਆ ਦੇ ਕਰਕੇ ਜੋ ਅੱਜ ਕੱਲ੍ਹ ਦਾ ਐਨਵਾਇਰਨਮੈਂਟ ਬਣਿਆ ਹੋਇਆ ਹੈ, ਆਲਰੇਡੀ ਅਸੀਂ ਆਪਣੇ ਮਾਈਂਡਸ ਨੂੰ ਬਹੁਤ ਜ਼ਿਆਦਾ ਸਕੈਟਰ ਕਰ ਚੁੱਕੇ ਹਾਂ ਕਿ ਸਾਨੂੰ ਦੂਸਰਾ ਬੰਦਾ ਕੀ ਕਹਿ ਰਿਹਾ ਹੈ, ਬਹੁਤ ਥੋੜ੍ਹੇ ਲੋਕ ਨੇ ਜਿਹੜੇ ਉਸ ਗੱਲ ਨੂੰ ਸਮਝਦੇ ਨੇ ਜਾਂ ਸਮਝਣਾ ਚਾਹੁੰਦੇ ਨੇ, ਹੈ ਨਾ। ਅਸੀਂ ਸਾਡੇ ਅੰਦਰੋਂ ਕੀ ਨਿਕਲ ਰਿਹਾ ਜਾਂ ਮੈਂ ਕੀ ਕਹਿਣਾ ਚਾਹੁੰਦਾ ਹਾਂ, ਇਹੀ ਹਰ ਜਗ੍ਹਾ ਚੱਲੀ ਜਾ ਰਿਹਾ। ਤੇ ਫਿਰ ਵੇਖੋ, ਸਾਡੇ ਸਾਰਿਆਂ ਦਾ ਹੀ ਕੰਸਰਨ ਬਣਦਾ ਵੀ ਸਾਨੂੰ ਨਾ ਜ਼ਿਆਦਾਤਰ ਦੂਜਿਆਂ ਦਾ ਜ਼ਿਆਦਾ ਫਿਕਰ ਹੁੰਦਾ
ਵੀ ਦੂਸਰੇ ਨਹੀਂ ਇੱਦਾਂ ਕਰਦੇ, ਦੂਸਰੇ ਨਹੀਂ ਇੱਦਾਂ ਕਰਦੇ। ਇਹ ਸਵਾਲ ਫਿਰ ਸਿਰਫ ਇੱਕ ਬੰਦਾ ਹੀ ਨਹੀਂ ਕਰ ਰਿਹਾ, ਇਹ ਸਾਰੇ ਹੀ ਕਰ ਰਹੇ ਨੇ। ਸਾਰੇ ਹੀ ਬੰਦੇ ਅਸੀਂ ਇਹ ਕਹਿ ਰਹੇ ਹਾਂ ਵੀ ਲੋਕ ਇੱਦਾਂ ਨਹੀਂ ਕਰਦੇ, ਲੋਕ ਇੱਦਾਂ ਨਹੀਂ ਕਰਦੇ। ਸਵਾਲ ਇਹ ਵਿੱਚ ਸਾਰੇ ਕਹਿ ਰਹੇ ਆ, ਤੇ ਫਿਰ ਕਰਦਾ ਕੌਣ ਹੈ? ਦੂਜੇ ਬੰਦੇ ਸੀ ਕਿ ਕੋਈ ਨਹੀਂ ਕਰਦਾ, ਕੋਈ ਨਹੀਂ ਕਰਦਾ, ਫਿਰ ਅਸੀਂ ਕਿਉਂ ਨਹੀਂ ਕਰਦੇ? ਸੋ ਉੱਥੇ ਬੇਨਤੀ ਆ ਕਿ ਆਪਾਂ ਨਾ ਜਦੋਂ ਇਹ ਕੰਸਰਨ ਸਾਡਾ ਦੂਜਿਆਂ ਤੋਂ ਘਟਾ ਕੇ ਆਪਣਾ ਕੰਸਰਨ ਬਣਾ ਲਈਏ, ਹੈ ਨਾ। ਜਦੋਂ ਤੁਸੀਂ ਆਪਣੇ ਨਜ਼ਰੀਏ ਨੂੰ ਬਦਲੋਗੇ ਨਾ, ਇਹ ਵੀ ਠੀਕ ਹੈ ਵੀ ਅੱਜ ਕੱਲ੍ਹ ਪੰਥ ਵਿੱਚ ਕਹਿ ਲਓ, ਦੁਨੀਆ 'ਚ ਕਹਿ ਲਓ, ਸਮਾਜ 'ਚ ਕਹਿ ਲਓ, ਵੀ ਬਹੁਤ ਕੁਛ ਆਪਾਂ ਕਹਿ ਰਹੇ ਵੀ ਠੀਕ ਨਹੀਂ ਹੋ ਰਿਹਾ, ਪਰ ਇਹਦੇ ਉਲਟ ਵੀ ਹੈਗਾ ਜੀ। ਇਹਦੇ ਆਪੋਜ਼ਿਟ ਵੀ ਆ ਕਿ ਪੰਥ ਵਿੱਚ ਵੀ, ਸਿੱਖਾਂ ਵਿੱਚ ਵੀ, ਸਮਾਜ ਵਿੱਚ ਵੀ, ਹਿੰਦੁਸਤਾਨ ਵਿੱਚ ਵੀ, ਦੁਨੀਆ ਵਿੱਚ ਵੀ ਬਹੁਤ ਕੁਛ ਇੱਦਾਂ ਜ਼ਬਰਦਸਤ ਹੋ ਰਿਹਾ, ਖੂਬ ਹੋ ਰਿਹਾ ਕਿ ਉੱਥੇ ਵੀ ਕਮਾਲ ਹੀ ਹੋਈ ਪਈ। ਸੋ ਤੁਸੀਂ ਕਿੰਨੇ ਕੁ ਬੰਦਿਆਂ ਨੂੰ ਜਾਣਦੇ ਹੋ, ਕਿਹੋ ਜਿਹਿਆਂ ਨੂੰ ਜਾਣਦੇ ਹੋ, ਇਹ ਉਹਦੇ 'ਤੇ ਵੀ ਡਿਪੈਂਡ ਕਰਦਾ ਹੈ। ਮੈਂ ਤਾਂ ਆਪਣੀ ਲਾਈਫ ਵਿੱਚ ਜ਼ਿਆਦਾਤਰ ਬੰਦੇ ਜਿਹੜੇ ਮਿਲੇ ਨੇ ਉਹ ਬੜੇ ਇੰਸਪਾਇਰਿੰਗ, ਬੜੇ ਪੋਜ਼ੀਟਿਵ, ਹੈ ਨਾ। ਤੁਹਾਨੂੰ ਮੈਂ ਇੱਕ ਦੋ ਬੰਦਿਆਂ ਦਾ ਜ਼ਿਕਰ ਕਰਾਂ, ਜੇ ਮਿਲਿਆ ਨਹੀਂ ਉਹਨਾਂ ਨੂੰ ਸੁਣਿਆ ਵੀ ਉਹ ਆਪਾਂ ਦਸਵੰਧ ਖਰਚ ਕਰਦੇ ਨਾ ਆਪਣਾ 10%, ਉਹ 10% ਆਪਣੇ 'ਤੇ ਵਰਤਦੇ ਨੇ, ਬਾਕੀ ਸਾਰਾ ਸਮਾਜ ਦੇ ਭਲੇ 'ਚ ਖਰਚ ਕਰ ਦਿੰਦੇ। ਜਿਉਂਦੇ ਜਾਗਦੇ ਲੋਕ ਨੇ ਸਾਡੇ ਤੁਹਾਡੇ ਵਰਗੇ ਜੌਬ ਕਰਨ ਵਾਲੇ, ਆਪਣੀਆਂ ਡਿਜ਼ਾਇਰਸ ਨੂੰ, ਨੀਡਸ ਨੂੰ ਲਿਮਿਟਿਡ ਕਰਕੇ। ਇਹ ਨਹੀਂ ਵੀ ਕੋਈ ਬਹੁਤੇ ਬਿਜ਼ਨਸਮੈਨ ਨੇ, ਉਹ ਨਹੀਂ, ਜੌਬ ਕਰਦੇ ਨੇ, ਸੈਲਰੀ ਮਿਲਦੀ, ਇਹੋ ਜਿਹੇ ਲੋਕ ਵੀ ਹੈਗੇ ਨੇ। ਤਮਾਮ ਲੋਕ ਨੇ ਸਾਰੀ ਉਮਰ ਵੋਲੰਟੀਅਰ ਹੀ ਕੰਮ ਕਰਦੇ ਰਹਿੰਦੇ। ਐਸੇ ਲੋਕ ਨੇ ਜਿਨ੍ਹਾਂ ਜ਼ਿੰਦਗੀ ਭਰ ਕਦੀ ਕਰਪਸ਼ਨ ਦਾ ਇੱਕ ਪੈਸਾ ਨਹੀਂ ਲਿਆ, ਜਿਨ੍ਹਾਂ ਨੇ ਜੀਵਨ ਭਰ ਆਪਣਾ ਕੰਮ ਵੀ ਕੀਤਾ, ਨਾਲ ਵੋਲੰਟੀਅਰ ਦੇ ਤੌਰ 'ਤੇ ਬੱਚਿਆਂ ਨੂੰ ਫ੍ਰੀ ਪੜ੍ਹਾਉਂਦੇ ਰਹੇ ਨੇ, ਸਿੱਖਿਆ ਦਿੰਦੇ ਰਹੇ ਨੇ, ਹੋਰ ਤਮਾਮ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ। ਸੋ ਸਮਾਜ ਵਿੱਚ ਬਹੁਤ ਚੰਗੇ ਵੀ ਕੰਮ ਹੋ ਰਹੇ ਨੇ। ਜੇ ਸਾਨੂੰ ਘਾਟ ਲੱਗਦੀ ਹੈ ਨਾ, ਆਪਣੇ ਇਸ ਟੌਪਿਕ ਵਿੱਚ ਹੀ ਗੱਲ ਆਉਣੀ ਹੈ, ਅਤੇ ਉਸ ਸਿਚੁਏਸ਼ਨ ਨੂੰ ਬਦਲਣ ਲਈ ਕੀ ਕਰੀਏ? ਅਸੀਂ ਕ੍ਰਿਟੀਕ ਜ਼ਿਆਦਾ ਕਰ ਰਹੇ ਹਾਂ, ਹੈ ਨਾ। ਉਹਦਾ ਸੋਲਿਊਸ਼ਨ ਆਪਣੇ ਅੰਦਰੋਂ ਕਿਉਂ ਨਾ ਕ੍ਰੀਏਟ ਕਰੀਏ? ਜਸਟ ਇਮੈਜਿਨ ਆਪਾਂ ਇੰਨੇ ਲੋਕ ਬੈਠੇ ਇੱਥੇ, 100 ਆਦਮੀ, ਜੇ 100 ਬੰਦੇ ਅਸੀਂ ਜਿਹੜਾ ਆਈਡੀਅਲ ਸਮਾਜ ਵਿੱਚ ਦੇਖਣਾ ਚਾਹੁੰਦੇ ਹਾਂ, ਜਿਹੜਾ ਆਦਰਸ਼ ਮਾਡਲ ਦੇਖਣਾ ਚਾਹੁੰਦੇ ਹਾਂ, ਜੇ ਆਪਾਂ 100 ਜਣੇ ਕਰ ਲਈਏ, ਜਸਟ ਇਮੈਜਿਨ, ਰਾਈਟ। ਸੋ ਕਿਤੇ ਨਾ ਕਿਤੇ ਇਹ ਵੀ ਗੱਲ ਪਈ ਆ ਵੀ ਅਸੀਂ ਜਦੋਂ ਦੂਜਿਆਂ ਨੂੰ ਦੇਖ ਰਹੇ ਹਾਂ ਤਾਂ ਮਤਲਬ ਕਿ ਅਸੀਂ ਆਪ, ਹੈ ਨਾ, ਜਾਂ ਤਾਂ ਅਸੀਂ ਮੰਨ ਬੈਠੇ ਵੀ ਅਸੀਂ ਆਲਰੇਡੀ ਬਹੁਤ ਕੁਝ ਕਰ ਰਹੇ ਹਾਂ, ਪਰ ਜਿਸ ਦਿਨ ਤੁਸੀਂ ਕਰ ਲਓਗੇ ਨਾ, ਫਿਰ ਉਹ ਦੂਜੇ ਨੂੰ ਕਹਿਣ ਵਾਲਾ ਸਵਾਲ ਹੀ ਖਤਮ ਹੋ ਜਾਏ। ਉਹ ਉਹਨਾਂ ਚਿਰ ਹੀ ਆ ਕਿ ਜਿੰਨਾ ਚਿਰ ਅਜੇ ਅੰਦਰ, ਸਾਡਾ ਅੰਦਰ ਵੀ ਜਿਹੜਾ ਨਾ ਉਹ ਟਿਕਿਆ ਨਹੀਂ ਕਿਤੇ। ਜਦੋਂ ਇੱਥੇ ਟਿਕਾ ਆ ਗਿਆ, ਜਦੋਂ ਇੱਥੇ ਕੰਟੈਂਟਮੈਂਟ ਆ ਗਈ, ਜਦੋਂ ਇੱਥੇ ਵਰਚੂ ਆ ਗਈ, ਫਿਰ ਦੁਨੀਆ ਨੂੰ, ਸਮਾਜ ਨੂੰ ਵੇਖਣ ਦਾ ਨਜ਼ਰੀਆ ਬਦਲ ਜਾਏਗਾ। ਫਿਰ ਸਮਾਜ ਵਿੱਚ ਚੰਗੇ ਲੋਕ ਤੁਹਾਡੀ ਨਜ਼ਰ ਵਿੱਚ ਆਉਣਗੇ। ਸੋ ਲੈਟ ਮੀ ਬਿਗਿਨ ਵਿਦ ਦੀ ਟਾਕ, ਸੈਕੰਡ ਲੈਕਚਰ ਜਿਹੜਾ ਹੈਗਾ। ਇੱਕ ਹੋਰ ਬੇਨਤੀ, ਚੇਅਰਮੈਨ ਸਾਹਿਬ ਵੀ ਪੁੱਛ ਰਹੇ ਸੀ, ਤੁਹਾਡਿਆਂ 'ਚੋਂ ਵੀ ਕੁਛ ਸੱਜਣਾਂ ਨੇ ਪੁੱਛਿਆ ਕਿ ਮੇਰੀ ਜਿਹੜੀ ਇੰਸਟੀਚਿਊਟ ਹੈ ਜਿੱਥੇ ਅਸੀਂ ਕੰਮ ਕਰਦੇ ਹਾਂ US ਅਤੇ ਕੈਨੇਡਾ, ਸਿੱਖ RI, ਮੈਂ ਤੁਹਾਨੂੰ ਦੱਸਿਆ ਸੀ, ਯੂ ਕੈਨ ਗੂਗਲ ਸਿੱਖ ਰਿਸਰਚ ਇੰਸਟੀਟਿਊਟ। ਦੂਜਾ ਕਿ ਉਹਦੇ ਵਿੱਚ ਨਾ ਅਸੀਂ ਪਿਛਲੇ 3 ਸਾਲਾਂ ਤੋਂ ਇੱਕ ਬਹੁਤ ਵੱਡੇ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਾਂ, ਜਿਸ ਦਾ ਨਾਂ ਆ ਦੀ ਗੁਰੂ ਗ੍ਰੰਥ ਸਾਹਿਬ ਪ੍ਰੋਜੈਕਟ। ਉਹ ਤੁਸੀਂ ਉਹਨੂੰ gurugranthsahib.io, ਨੋ ਸਪੇਸਿੰਗ, gurugranthsahib.io ਕਰੋਗੇ, ਉਹ ਸਾਈਟ ਨਿਕਲ ਆਉਂਦੀ ਹੈ। ਉਹਦੇ 'ਤੇ ਜੋ ਕੁਝ ਅਸੀਂ ਕੰਮ ਕਰ ਰਹੇ ਹਾਂ ਉਹ ਸਾਰਾ ਉੱਥੇ ਫ੍ਰੀ ਐਕਸੈਸ ਹੈਗਾ ਹੈ, ਪਿਆ ਹੋਇਆ, ਤੁਸੀਂ ਪੜ੍ਹ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਉਹਦੇ ਵਿੱਚ ਅਸੀਂ ਕਰ ਰਹੇ ਹਾਂ, ਇਹਨੇ ਸ਼ਾਰਟ ਅਸੀਂ ਕਹਿ ਰਹੇ ਹਾਂ ਵੀ ਅਸੀਂ ਇਨ ਫਿਊਚਰ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਨਿਵੇਕਲਾ ਗੂਗਲ ਤਿਆਰ ਕਰ ਰਹੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਬਾਰੇ ਇਨ ਦੀ ਬਿਗਿਨਿੰਗ ਪੰਜਾਬੀ ਅਤੇ ਇੰਗਲਿਸ਼ ਵਿੱਚ ਕਿਸੇ ਵੀ ਆਸਪੈਕਟ ਤੋਂ ਦੁਨੀਆ ਦੇ ਕਿਸੇ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੋਵੇ, ਇੱਕ ਛੋਟੇ ਜਿਹੇ ਸ਼ਬਦ ਤੋਂ ਲੈ ਕੇ, ਅੱਖਰ ਤੋਂ ਲੈ ਕੇ, ਉਹਦੀ ਵੱਡੀ ਤੋਂ ਵੱਡੀ ਡਾਇਮੈਂਸ਼ਨ ਤੱਕ, ਹਿਸਟੋਰੀਕਲ, ਫਿਲੋਸੋਫੀਕਲ, ਪੋਈਟੀਕਲ, ਉਹਦਾ ਮੀਨਿੰਗ, ਉਹਦਾ ਲਿਟਰਲ, ਉਹਦੀ ਗ੍ਰਾਮੈਟੀਕਲ ਫੰਕਸ਼ਨ ਇੱਕ ਸ਼ਬਦ ਦੀ, ਉਹਦੀ ਇਟਮੋਲੋਜੀ, ਉਹਦੇ ਮੀਨਿੰਗਸ, ਉਹਦੇ ਬਾਰੇ ਹੋਰ ਡੀਟੇਲਡ ਜਾਣਕਾਰੀ, ਉਹ ਸਾਰੀ ਥਰੂ ਰਿਸਰਚ। ਮਤਲਬ ਮੈਂ ਕੀ ਸੋਚਦਾ, ਇੱਦਾਂ ਨਹੀਂ, ਰਿਸਰਚ ਕੀ ਆਉਂਦੀ ਆ, ਗੁਰੂ ਗ੍ਰੰਥ ਸਾਹਿਬ ਕੀ ਆਉਂਦੀਆਂ, ਸਾਡੀਆਂ ਪਰੰਪਰਾਵਾਂ ਕੀ ਆਉਂਦੀਆਂ, ਸਾਡੇ ਵਿਦਵਾਨ ਕੀ ਆਉਂਦੇ ਨੇ, ਉਸ ਨੂੰ ਸਾਰੇ ਨੂੰ ਮਤਲਬ ਰਿਸਰਚ ਕਰਕੇ, ਉਹਦੀ ਫਿਰ ਐਨਾਲਿਸਿਸ ਕਰਕੇ, ਉਹਦੀ ਫਿਰ ਡਰਾਫਟਿੰਗ, ਐਡੀਟਿੰਗ, ਬੜਾ ਲੰਬਾ ਪ੍ਰੋਸੈਸ ਆ। 30 over ਪੀਪਲ ਆਰ ਵਰਕਿੰਗ ਔਨ ਦੀ ਕੰਟੈਂਟ ਪਾਰਟ, ਅਤੇ ਉਹ ਅਸੀਂ ਉਹਦੇ 'ਚ ਕਰ ਰਹੇ ਹਾਂ। ਸੋ ਪਲੀਜ਼ ਡੂ ਹੈਵ ਅ ਲੁੱਕ, gurugranthsahib.io। ਹੁਣ ਆਈਏ ਆਪਾਂ ਆਪਣੇ
ਟੌਪਿਕ ਵੱਲ। ਸੋ ਸੈਕੰਡ ਜਿਹੜਾ ਟੌਪਿਕ ਹੈਗਾ ਇਹ ਹੈ ਕਿਵ ਸਚਿਆਰਾ ਹੋਈ ਹੈ। ਇਹਦਾ ਲਿੰਕ ਪਹਿਲੇ ਲੈਕਚਰ ਨਾਲ ਵੀ ਬਣੇਗਾ ਵੀ ਉਹ ਆਪਾਂ ਕਿਹਾ ਵੀ ਪਾਠ ਕਿਵੇਂ ਕਰੀਏ ਤੇ ਕਿਉਂ ਕਰਦੇ ਹਾਂ ਅਸੀਂ, ਉਹਨਾਂ ਸਵਾਲਾਂ ਦੇ ਜਵਾਬ ਨੇ। ਹੁਣ ਜਪਜੀ ਸਾਹਿਬ ਪਾਠ ਕਰਨ ਦੀ ਆਪਾਂ ਇੱਕ ਜਿਹੜੀ ਐਗਜ਼ਾਮਪਲ ਸਿੱਖੀ ਵਿੱਚ ਦੇਖਣੀ ਹੋਵੇ ਉਹ ਇਹ ਆ ਵੀ ਲਗਭਗ ਸਾਡੇ 'ਚੋਂ ਸਾਰਿਆਂ ਨੂੰ ਪਤਾ ਜਪਜੀ ਸਾਹਿਬ ਦਾ ਪਾਠ ਸਵੇਰੇ ਜੇ ਕੋਈ ਹੋਰ ਨਹੀਂ ਵੀ ਕਰਦਾ ਤਾਂ ਇੰਨਾ ਕੁ ਤੇ ਕਰਦੇ ਹਾਂ, ਸੁਣਦੇ ਹਾਂ, 5 ਪੌੜੀਆਂ ਦਾ ਪਾਠ ਕਰਦੇ ਹਾਂ। ਉਹਦੀ ਪਹਿਲੀ ਪੌੜੀ ਵਿੱਚ ਹੀ ਇਹ ਪੰਕਤੀ ਆਉਂਦੀ ਹੈ। ਆਮ ਬਾਣੀਆਂ ਵਿੱਚ ਕੀ ਹੁੰਦਾ ਕਿ ਜਿਨ੍ਹਾਂ ਪੰਕਤੀਆਂ ਦੇ ਅਖੀਰ ਵਿੱਚ ਰਹਾਓ ਆਵੇ ਨਾ, ਜਿਵੇਂ ਸੁਖਮਨੀ ਸਾਹਿਬ, 52 ਅੱਖਰੀ, ਸਿੱਧ ਗੋਸ਼ਟ, ਉਹ ਰਹਾਓ ਵਾਲੀਆਂ ਲਾਈਨਾਂ ਉਸ ਬਾਣੀ ਦੀ ਥੀਮ ਹੁੰਦੀਆਂ ਨੇ, ਸੈਂਟਰਲ ਆਈਡੀਆ। ਜਪਜੀ ਸਾਹਿਬ ਵਿੱਚ ਇਸ ਤਰ੍ਹਾਂ ਨਹੀਂ ਹੈਗਾ ਬਈ ਕੋਈ ਰਹਾਓ ਵਾਲੀ ਲਾਈਨ ਨਹੀਂ ਹੈਗੀ, ਬਟ ਉੱਥੋਂ ਜੇ ਉਹਨੂੰ ਕੰਪੇਅਰ ਕਰਨਾ ਹੋਵੇ ਤਾਂ ਲੁਕਸ ਲਾਈਕ ਵੀ ਇਹ 2 ਲਾਈਨਾਂ ਜਪਜੀ ਸਾਹਿਬ ਦਾ ਸੈਂਟਰਲ ਆਈਡੀਆ ਹੈ, ਥੀਮ ਹੈ ਕਿ ਬੰਦਾ ਸਚਿਆਰ ਕਿਵੇਂ ਬਣੇ, ਹੈ ਨਾ। ਹੁਣ ਇਹ ਗੁਰੂ ਸਾਹਿਬ ਇਹ ਨਹੀਂ ਕਹਿ ਰਹੇ ਵੀ ਦੁਨੀਆ ਕਿਵੇਂ ਸਮਾਜ ਬਣੇ ਨਾ, ਜਿਵੇਂ ਕਿਹਾ ਵੀ ਸਾਰੀ ਬਾਣੀ ਤੁਸੀਂ ਵੇਖੋਗੇ ਉਹ ਫਸਟ ਪਰਸਨ ਵਿੱਚ ਗੱਲ ਕਰਦੀ। ਇਟਸ ਵੈਰੀ ਇੰਟਰਸਟਿੰਗ। ਗੁਰੂ ਸਾਹਿਬ ਇਹ ਨਹੀਂ ਕਹਿੰਦੇ ਵੀ ਉਹ ਕਰੇ ਨਾ, ਉਹ ਕਹਿੰਦੇ ਮੈਂ ਕਰਦਾ, ਮੈਂ ਕਰਨਾ ਚਾਹੁੰਦਾ, ਆਈ। ਕਿਉਂਕਿ ਜੇ ਸਾਰੇ ਆ ਹੀ ਕਰ ਲਾਂਗੇ ਤਾਂ ਕੰਮ ਹੋ ਗਿਆ। ਹੋ ਕੀ ਰਿਹਾ ਕਿ ਆ ਹੀ ਕੋਈ ਨਹੀਂ ਕਰ ਰਿਹਾ, ਸਾਰੇ ਯੂ ਕਰ ਰਹੇ, ਹੈ ਨਾ। ਸਾਰੇ ਦੂਜਿਆਂ ਨੂੰ ਕਹਿ ਰਹੇ ਵੀ ਉਹ ਕਰੇ, ਉਹ ਨਹੀਂ ਕਰਦਾ, ਉਹ ਨਹੀਂ ਕਰਦਾ। ਉਹਨੂੰ ਬਦਲ ਦਈਏ। ਗੁਰਬਾਣੀ ਸਾਰੀ ਤੁਸੀਂ ਵੇਖੋਗੇ ਫਸਟ ਪਰਸਨ 'ਚ ਗੱਲ ਕਰਦੀ, ਮੈਂ ਕਰਦਾ, ਮੈਂ ਕਰਨਾ ਚਾਹੁੰਦਾ। ਉਹ ਇਹ ਨਹੀਂ ਕਹਿੰਦੇ ਕਿ ਲੋਕੋ ਤੁਸੀਂ ਮੰਗੋ ਨਾ, ਉਹ ਕਹਿੰਦੇ ਮੈਂ ਮੰਗਦਾ ਜੀ, ਹੇ ਸੱਚੇ ਪਾਤਸ਼ਾਹ ਮੈਨੂੰ ਇਹ ਦਾਤ ਦਿਓ, ਮੇਰੇ ਤੇ ਬਖਸ਼ਿਸ਼ ਕਰੋ, ਮੇਰੇ ਤੇ ਤੁਸੀਂ ਕਿਰਪਾ ਕੀਤੀ ਹੈ। ਸੋ ਫਸਟ ਪਰਸਨ ਵਿੱਚ ਅਸੀਂ ਆਵਾਂਗੇ ਜਦੋਂ ਨਾ। ਸੋ ਇੱਥੇ ਵੀ ਕਿਵ ਸਚਿਆਰਾ ਹੋਈ ਹੈ। ਮੈਂ ਕਿਵੇਂ ਸਚਿਆਰ ਬਣਾ, ਮਨੁੱਖ ਕਿਵੇਂ ਸਚਿਆਰ ਬਣੇ। ਇਹ ਸਚਿਆਰ ਸ਼ਬਦ ਸਿੱਖੀ ਦਾ ਬੜਾ ਪਿਆਰਾ ਸ਼ਬਦ ਹੈ ਜਿਹਦਾ ਅਰਥ ਬਣੇਗਾ ਸੱਚ ਵਾਲਾ, ਸੱਚ ਦਾ ਸਰੂਪ, ਸੱਚ ਦਾ ਸਰੋਤ, ਸੱਚ ਦਾ ਮੁਜੱਸਮਾ, ਜਿਹਦੇ ਅੰਦਰ ਬਾਹਰ ਸੱਚ ਵਰਤਦਾ ਹੋਵੇ। ਇਹਨੂੰ ਕੰਪੇਅਰ ਕਰਨਾ ਹੋਵੇ ਦੂਜੇ ਪਾਸੇ ਤੇ ਇਹ ਇੱਕ ਲਾਈਫ ਦੀ, ਹਿਊਮਨ ਲਾਈਫ ਦੀ, ਰਿਲੀਜੀਅਸ ਲਾਈਫ ਦੀ ਆਪਾਂ ਕਹਿ ਸਕਦੇ ਹਾਂ ਡੈਸਟੀਨੇਸ਼ਨ ਆ, ਐਕਸਟ੍ਰੀਮ ਐਂਡ ਆ। ਅਚੀਵਮੈਂਟ ਕੀ ਹੋਵੇ ਅਖੀਰ 'ਚ, ਉਹਨੂੰ ਪਰਮ ਪਦ ਵੀ ਕਿਹਾ ਜਾਂਦਾ, ਨਿਰਵਾਣ ਪਦ ਕਿਹਾ ਜਾਂਦਾ, ਮੁਕਤ ਪਦ ਕਿਹਾ ਜਾਂਦਾ। ਉਹ ਸਾਰੇ ਨਾਂ ਗੁਰੂ ਸਾਹਿਬ ਨੇ ਉਹਨੂੰ ਥੋੜ੍ਹਾ ਜਿਹਾ ਸਿੰਪਲੀਫਾਈ ਕਰਕੇ ਉਹਨੂੰ ਜ਼ਮੀਨ 'ਤੇ ਲਿਆ ਕੇ ਉਹਦੇ ਲਈ ਨਵਾਂ ਸ਼ਬਦ ਘੜਿਆ, ਸਚਿਆਰ ਕਿਵੇਂ ਬਣੀਏ ਬਾਈ। ਇਹਦੇ ਆਪੋਜ਼ਿਟ ਹਿੰਟ ਵੀ ਦੇ ਦਿੱਤੀ ਵੀ ਕੀ ਕਿਹੜੀ ਚੀਜ਼ ਹੈ ਜਿਹੜੀ ਰੁਕਾਵਟ ਪਾ ਰਹੀ ਹੈ। ਸੋ ਅੱਗੇ ਲਿਖਿਆ ਕਿਵ ਕੂੜੈ ਟੁੱਟੈ ਪਾਲ। ਪਾਲ ਹੁੰਦੀ ਕੰਧ, ਪਰਦਾ ਜਿਵੇਂ ਵੀ ਸਚਿਆਰਤਾ ਤੇ ਸਾਡੇ ਅੰਗ ਸੰਗ ਵਰਤ ਰਹੀ ਹੈ, ਪ੍ਰਭੂ ਸਾਡੇ ਅੰਦਰ ਬਾਹਰ, ਪਰ ਇੱਕ ਕੰਧ ਉਸਰੀ ਹੋਈ ਹੈ ਵੀ ਜਿਵੇਂ ਅਸੀਂ ਇੱਧਰ ਰਹਿੰਦੇ ਹਾਂ ਤੇ ਸਚਿਆਰਤਾ ਉਸ ਪਾਸੇ ਹੈ, ਵਿੱਚ ਕੰਧ ਹੈ ਤੇ ਕੀ ਕਰੋ ਫਿਰ, ਕੰਧ ਨੂੰ ਹਟਾ ਦਿਓ। ਸੋ ਗੁਰੂ ਸਾਹਿਬ ਕਹਿੰਦੇ ਉਹ ਕਿਵ ਕੂੜੈ ਟੁੱਟੈ ਪਾਲ, ਉਹ ਕੂੜ ਦੀ ਕੰਧ ਕਿਵੇਂ ਟੁੱਟੇ। ਇਸ ਦਾ ਫਿਰ ਹਿੰਟ ਰੂਪ ਵਿੱਚ ਹੀ ਜਵਾਬ ਜਿਹੜਾ ਅਗਲੀ ਲਾਈਨ 'ਚ ਦਿੱਤਾ ਹੈ, ਹੁਕਮ ਰਜਾਈ ਚੱਲਣਾ, ਇਹ ਜਵਾਬ ਹੈ। ਪਰ ਇਹ ਜਵਾਬ ਬਹੁਤ ਸਟਲ ਹੈ, ਬੜਾ ਡਿਫਿਕਲਟ ਹੈ ਸਮਝਣਾ ਵੀ, ਮੰਨਣਾ ਵੀ। ਸੋ ਮੈਂ ਫਿਰ ਅਗੇਨ ਆਪਣੀ ਪਰਸਨਲ ਲਾਈਫ ਐਕਸਪੀਰੀਅੰਸ ਤੋਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕੁਝ ਚੀਜ਼ਾਂ। ਦੂਜਾ ਇਹ ਹੁੰਦਾ ਕਿ ਮੈਂ ਜੋ ਸ਼ੇਅਰ ਕਰ ਰਿਹਾ ਮੇਰੇ ਆਪਣੇ ਐਕਸਪੀਰੀਅੰਸ 'ਚੋਂ ਇੱਕ ਲਿਮਿਟਿਡ ਅੰਡਰਸਟੈਂਡਿੰਗ ਵਿੱਚੋਂ ਗੱਲ ਆ ਰਹੀ ਹੈ। ਇਹ ਹਿੰਟਸ ਹੁੰਦੇ ਨੇ, ਹੈ ਨਾ। ਤੁਸੀਂ ਉਹਨਾਂ ਨੂੰ ਆਪਣੀਆਂ ਲੋੜਾਂ, ਆਪਣੀ ਸਮਝ, ਆਪਣੀਆਂ ਸਿਚੁਏਸ਼ਨਸ ਦੇ ਹਿਸਾਬ ਨਾਲ ਉਹਨਾਂ ਨੂੰ ਆਪਣੇ ਹਿਸਾਬ ਨਾਲ ਮੋਡੀਫਾਈ ਕਰਕੇ ਜਿਵੇਂ ਸਮਝਣਾ ਚਾਹੋ ਸਮਝੋ, ਜਿਵੇਂ ਉਹਨਾਂ ਨੂੰ ਇੰਪਲੀਮੈਂਟ ਕਰਨਾ ਚਾਹੋ ਕਰਦੇ ਹੋ, ਰਾਈਟ। ਉਹ ਕੋਈ ਵੀ ਚੀਜ਼ ਜਿਹੜੀ ਉਹ ਐਂ ਕਹਿ ਲਓ ਵੀ ਲਾਸਟ ਨਹੀਂ ਹੁੰਦੀ, ਹੈ ਨਾ, ਵੀ ਹੁਣ ਇਹੋ ਹੀ ਹੈ, ਇੱਦੋਂ ਅੱਗੇ ਨਹੀਂ ਹੈਗਾ। ਸੋ ਹਿੰਟਸ ਅਸੀਂ ਜੋ ਸ਼ੇਅਰ ਕਰ ਰਹੇ ਹਾਂ ਪੁਆਇੰਟਰਸ ਨੇ। ਸੋ ਇਸ ਦਾ ਜਵਾਬ ਕਿਵ ਸਚਿਆਰਾ ਹੋਈ ਹੈ, ਹੁਕਮ ਰਜਾਈ ਚੱਲਣਾ। ਜਵਾਬ ਤਾਂ ਹੈਗਾ ਹੁਕਮ ਰਜਾਈ ਕਿਵੇਂ ਚੱਲਿਆ ਜਾ। ਇਹ ਤਾਂ ਸਿੱਧਾ ਜਿਹਾ ਜਿਹੜੀ ਦੂਜੀ ਪੌੜੀ ਹੈ ਨਾ, ਉਹਦੇ 'ਚ ਹੁਕਮ ਕੀ ਹੈ ਉਹਦੀ ਵਿਆਖਿਆ ਗੁਰੂ ਸਾਹਿਬ ਨੇ ਦਿੱਤੀ ਸਿੰਪਲ ਸ਼ਬਦਾਂ ਵਿੱਚ ਵੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਨੇ, ਲਾਸ ਪ੍ਰੋਫਿਟ ਆਉਂਦਾ ਹੈ, ਉੱਚਾ ਨੀਵਾਂਪਨ ਆਉਂਦਾ ਹੈ, ਕਿਤੇ ਆਨਰ ਮਿਲਦਾ, ਕਿਤੇ ਉਹਦਾ ਉਲਟਾ ਹੋ ਜਾਂਦਾ, ਕਿਤੇ ਕੋਈ ਪੋਸਟ ਮਿਲੀ ਕਿਤੇ ਚਲੇ ਗਈ, ਕਦੀ ਵਧੀਆ ਜੌਬ ਮਿਲ ਗਈ ਕਦੀ ਵਧੀਆ ਨਾ ਮਿਲੀ। ਤਾਂ ਇਹ ਲਾਈਫ ਦੇ ਵਿੱਚ ਅਪਸ ਐਂਡ ਡਾਊਨਸ ਚੱਲਦੇ ਰਹਿੰਦੇ। ਇਹਨਾਂ ਸਾਰੀਆਂ ਸਿਚੁਏਸ਼ਨਸ ਦੇ ਵਿੱਚ ਇਹਦੇ ਲਈ ਐਕਸੈਪਸ਼ਨਸ ਨਹੀਂ ਹੈਗੀ, ਕੋਈ ਰੇਅਰ ਹੀ ਮਨੁੱਖ ਹੋਏਗਾ। ਨਹੀਂ ਤਾਂ ਆਪਾਂ 10 ਪਾਤਸ਼ਾਹ ਵੀ ਦੇਖੋ, ਉਹਨਾਂ ਦੇ ਜੀਵਨ ਵਿੱਚ ਵੀ ਇਸ ਤਰ੍ਹਾਂ ਦੇ ਉਤਾਰ ਚੜ੍ਹਾਅ ਆਉਂਦੇ ਰਹੇ, ਲਗਾਤਾਰ ਆਉਂਦੇ ਰਹੇ। ਇਹਦਾ ਮਤਲਬ ਐਕਸੈਪਸ਼ਨਸ ਨਹੀਂ ਹੈ। ਦਿਸ ਇਜ਼ ਹਾਊ ਦੀ ਵਰਲਡ ਗੋਜ਼, ਦੇ ਸੇ। ਸੰਸਾਰ ਦੀ ਰੀਤ ਹੀ ਇਹ ਹੈ।
ਇਹਦੇ ਵਿੱਚ ਫਿਰ ਮਨੁੱਖ ਆਪਣੇ ਆਪ ਨੂੰ ਕਿਵੇਂ ਸਮਤੋਲ ਕਰ ਲਵੇ, ਕਿਵੇਂ ਐਸਾ ਬਣਾ ਲਵੇ ਕਿ ਇਹ ਸਾਰੇ ਦੇ ਵਿੱਚ ਉਹ ਡੋਲੇ ਨਾ, ਉਹ ਤੁਰਿਆ ਜਾਵੇ, ਹੈ ਨਾ। ਜਿਵੇਂ ਅਸੀਂ ਗੁਰੂ ਸਾਹਿਬ ਸਾਡੇ ਸਾਹਮਣੇ ਸਾਖਸ਼ਾਤ ਪੰਚਮ ਪਾਤਸ਼ਾਹ ਦਾ ਗੁਰਪੁਰਬ ਦੀ ਗੱਲ ਕਰ ਰਹੇ, ਇਮੈਜਿਨ ਕਰੋ ਉਹਨਾਂ ਦੀ ਲਾਈਫ, ਰਾਈਟ, ਕੀ ਕੁਝ ਕੀਤਾ, ਕਿਵੇਂ ਫਿਰ ਸ਼ਹਾਦਤ ਤੱਕ ਜਾਂਦੇ ਆ। ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨ ਮਨਾ ਕੇ ਹਟੇ ਹਾਂ ਆਪਾਂ, ਦਸਮ ਪਾਤਸ਼ਾਹ ਹਜ਼ੂਰ, ਉਹ ਲਾਈਫ ਸਾਡੇ ਸਾਹਮਣੇ ਆਦਰਸ਼ ਨੇ, ਉੱਚਤਮ ਆਦਰਸ਼ ਨੇ। ਸੋ ਉਹ ਕਿਵੇਂ ਗੁਰੂ ਸਾਹਿਬ, ਕਿਤੇ ਵੇਖਦੇ ਹੋ ਤੁਸੀਂ ਕਿਤੇ ਅਡੋਲ, ਮਤਲਬ ਡੋਲ ਹੈ, ਡੋਲਪਨ, ਕਿਤੇ ਧੀਰਜ ਗਵਾਇਆ ਹੋਵੇ, ਕਿਤੇ ਕਾਲਾਪਨ, ਕਿਸੇ ਦੂਜੇ ਨੂੰ ਦੋਸ਼ ਨਾ। ਕਿਵੇਂ ਇੰਨੀ ਨਿਰਮਲਤਾ, ਕਿਵੇਂ ਇੰਨੀ ਸੰਤੋਖ, ਧੀਰਜ, ਸ਼ਾਂਤੀ, ਪੇਸ਼ੈਂਸ ਦੇ ਨਾਲ ਗੁਰੂ ਸਾਹਿਬ ਜਿਹੜੇ ਤੁਰੇ ਜਾ ਰਹੇ, ਉਹ ਸਚਿਆਰਤਾ ਸਾਡੇ 'ਚ ਕਿਵੇਂ ਆ। ਸੋ ਇਹ ਜਦੋਂ ਸਵਾਲ ਮੇਰੇ ਸਾਹਮਣੇ ਆਇਆ ਤਾਂ ਮੈਂ ਕੋਸ਼ਿਸ਼ ਕੀਤੀ ਬਈ ਇਸ ਨੂੰ ਜਪਜੀ ਸਾਹਿਬ ਦੇ ਵਿੱਚੋਂ ਹੀ ਵੇਖਣਾ, ਰਾਈਟ। ਇਹਦੇ ਜਵਾਬ ਬਾਹਰੋਂ ਵੀ ਸਾਰੀ ਬਾਣੀ 'ਚ ਲੱਭ ਸਕਦੇ ਹੋ, ਐਗਜ਼ਾਮਪਲਸ ਦੇਣੀਆਂ ਹੋਣ ਤੇ ਬਹੁਤ ਐਗਜ਼ਾਮਪਲਾਂ ਹੋ ਜਾਂਦੀਆਂ, ਪਰ ਮੈਂ ਇੱਥੇ ਬਾਹਰ ਦੀ ਕੋਈ ਐਗਜ਼ਾਮਪਲ ਨਹੀਂ ਸ਼ੇਅਰ ਕਰਨੀ, ਸਿਰਫ ਜਪਜੀ ਸਾਹਿਬ ਵਿੱਚ। ਇਹਦਾ ਇੱਕ ਲਾਭ ਤਾਂ ਇਹ ਹੋਏਗਾ ਵੀ ਲਿਮਿਟਿਡ ਐਗਜ਼ਾਮਪਲਸ ਹੋਣਗੇ ਤੇ ਗੱਲ ਜ਼ਿਆਦਾ ਸਮਝ ਆਏਗੀ। ਦੂਜਾ ਇਹ ਵੀ ਫਾਇਦਾ ਹੋਏਗਾ ਵੀ ਕੱਲ੍ਹ ਤੋਂ ਜਦੋਂ ਤੁਸੀਂ ਪਾਠ ਕਰੋਗੇ ਜਪਜੀ ਸਾਹਿਬ ਦਾ, ਤੇ ਤੁਹਾਡੀ ਅੰਡਰਸਟੈਂਡਿੰਗ ਅੱਜ ਨਾਲੋਂ ਬਿਹਤਰ ਹੋਏਗੀ, ਕਿਉਂਕਿ ਤੁਕਾਂ ਉੱਥੇ ਆਉਣਗੀਆਂ ਤੁਹਾਡੇ ਸਾਹਮਣੇ, ਯੂ ਕੈਨ ਰਿਲੇਟ ਟੂ ਦੈਮ। ਤੀਜਾ, ਪਾਠ ਕਰਨ ਦੀ ਤੁਹਾਡੀ ਰੁਚੀ ਵਧੇਗੀ, ਤੁਹਾਡੀ ਸਮਝ ਵਧੇਗੀ। ਜਿਹੜਾ ਪਹਿਲਾ ਲੈਕਚਰ ਸੀ ਕਿਵੇਂ ਕਰਨਾ, ਉਹ ਇਹ ਦੋਵੇਂ ਰਿਲੇਟ ਕਰੋਗੇ ਤੇ ਦਿਸ ਵਿਲ ਹੈਲਪ ਨਾ। ਇਹ ਦੋਵੇਂ ਲੈਕਚਰ ਰੱਖਣ ਦਾ ਮਕਸਦ ਹੀ ਇਹ ਸੀ ਵੀ ਇਮੀਡੀਏਟ ਹੈਲਪ ਸਾਡੇ ਹੋਵੇ। ਕੱਲ੍ਹ ਤੋਂ ਜਦੋਂ ਤੁਸੀਂ ਪਾਠ ਕਰੋ, ਸ਼ਾਮ ਨੂੰ ਅੱਜ ਸੋਦਰ ਦਾ ਪਾਠ ਕਰੋ, ਉੱਥੇ ਇਹ ਹੈਲਪਫੁਲ ਹੋਣ ਚੀਜ਼ਾਂ। ਇਹ ਕੋਈ ਫਿਲੋਸੋਫੀਕਲ ਗੱਲਾਂ ਨਹੀਂ ਵੀ ਆਪਾਂ ਸੁਣ ਲਈਆਂ ਤੇ ਘਰ ਚਲੇ ਗਏ, ਹੈ ਨਾ। ਜ਼ਿੰਦਗੀ ਵਿੱਚ ਜਿਹੜੀ ਇੰਪਰੂਵਮੈਂਟ ਹੈ ਨਾ, ਬੜੀ ਸਲੋ ਹੁੰਦੀ, ਅਤੇ ਇੰਪਲੀਮੈਂਟੇਸ਼ਨ ਵੀ ਬੜੀ ਸਲੋ ਹੁੰਦੀ। ਅਤੇ ਉਹਦਾ ਤਰੀਕਾ ਇਹ ਹੁੰਦਾ ਵੀ ਜਿਹੜੀ ਵੀ ਚੰਗੀ ਗੱਲ ਇਸ ਲੈਕਚਰ ਵਿੱਚੋਂ ਇੱਕ ਅੱਧੀ ਮਾਸਾ ਕੁ ਤੇ ਹੁੰਦੀ ਹੈ ਨਾ, ਉਹ ਨੋਟ ਕਰੋ ਇੱਥੇ ਡਾਇਰੀ 'ਤੇ ਵੀ ਅਤੇ ਇੱਥੇ ਵੀ। ਗੁਰਬਾਣੀ ਕਹਿੰਦੀ ਹੈ ਵੀ ਡਾਇਰੀ 'ਤੇ ਨੋਟ ਕੀਤੀ ਤੇ ਡਾਇਰੀ 'ਚ ਰਹਿ ਜਾਂਦੀ ਕਈ ਵਾਰ। ਉਹ ਕਹਿੰਦੇ ਇੱਥੇ ਕਰੋ, ਹਿਰਦਾ ਹੀ ਲਿਖ ਲਿਓ, ਵੀ ਇਹਨੂੰ ਇੱਥੇ ਲਿਖੋ, ਐਸਾ ਲਿਖੋ ਵੀ ਭਾਵੇਂ ਇੱਕ ਅੱਧੀ ਗੱਲ ਹੀ ਆ, ਉਹ ਕੱਲ੍ਹ ਤੋਂ ਇੰਪਲੀਮੈਂਟ ਕਰ ਦਿਓ। ਇਹਦੇ ਨਾਲ ਹੌਲੀ ਹੌਲੀ ਇੰਪਰੂਵਮੈਂਟ ਹੋਏ। ਜੇ ਕਹੋ ਵੀ ਸਾਰਾ ਕੁਝ ਅੱਜ ਹੀ ਹੋ ਜਾਏ, ਕੱਲ੍ਹ ਹੀ ਹੋ ਜਾਏ, ਇੱਦਾਂ ਨਹੀਂ ਹੁੰਦਾ। ਜਾਂ ਕਹੋ ਵੀ ਕੁਛ ਵੀ ਨਹੀਂ, ਹੁਣ ਸੁਣ ਲਿਆ, ਕਰ ਲਿਆ ਤੇ ਉੱਥੇ ਦੇ ਉੱਥੇ ਹੀ, ਨਹੀਂ। ਸੋ ਲਿਟਲ ਬਿਟ ਚੇਂਜ ਵੀ ਉਹਦੇ ਨਾਲ ਜਿਹੜੀ ਆਪਾਂ ਲੈ ਕੇ ਆਉਣੀ। ਸੋ ਮੈਂ ਹੁਣ ਤੁਹਾਡੇ ਨਾਲ ਜੋ ਸ਼ੇਅਰ ਕਰਾਂਗਾ, ਅਗੇਨ ਉਹ ਮੇਰੀ ਆਪਣੀ ਅੰਡਰਸਟੈਂਡਿੰਗ ਆ, ਸਬਜੈਕਟ ਨੂੰ ਬਹੁਤ ਸਿੰਪਲੀਫਾਈ ਕਰਕੇ ਸਮਝਣ ਵੇਖਣ ਦਾ ਤਰੀਕਾ। ਵੀ ਗੁਰਬਾਣੀ 'ਚੋਂ ਜੇ ਇਹ ਗੱਲ ਸਮਝੀਏ ਕਿ ਵ ਸਚਿਆਰਾ ਹੋਈ ਹੈ, ਕਿ ਵ ਕੂੜੇ ਟੁੱਟੈ ਪਾਲ, ਹੁਕਮ ਰਜਾਈ ਚੱਲਣਾ, ਕਿਵੇਂ ਚੱਲਿਆ ਜਾਏ। ਸੋ ਗੁਰਬਾਣੀ 'ਚ ਕੁਝ ਪੰਕਤੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ, ਜਿਹੜਾ ਮੈਨੂੰ ਲੱਗਦਾ ਵੀ ਇਹ ਸ਼ਾਇਦ ਇਹਨਾਂ ਸਵਾਲਾਂ ਦੇ ਜਵਾਬ ਦੇ ਰਹੀਆਂ ਨੇ। ਉਹਦੀ ਬਿਗਨਿੰਗ ਆਪਾਂ ਕਰਦੇ ਹਾਂ। 6ਵੀਂ ਪੌੜੀ ਵਿੱਚ ਇੱਕ ਪੰਕਤੀ ਆਉਂਦੀ ਹੈ, ਅਤੇ ਇਸ ਤੋਂ ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਦਾ ਬੜਾ ਬਿਊਟੀਫੁਲ ਕੋਟ ਹੈ ਜਪਜੀ ਸਾਹਿਬ ਉੱਤੇ। ਉਹ ਕਹਿੰਦੇ ਨੇ, ਜਪਜੀ ਇਜ਼ ਦੀ ਟੈਕਸਟ ਆਫ ਦੀ ਆਰਟ ਆਫ ਲਿਵਿੰਗ। ਜਪਜੀ ਸਾਹਿਬ ਦਾ ਜਿਹੜਾ ਪਾਠ ਹੈ ਨਾ, ਇਹ ਆਰਟ ਆਫ ਲਿਵਿੰਗ ਦੱਸਦਾ ਹੈ। ਅਤੇ ਕਿਹੜੀ ਆਰਟ ਆਫ ਲਿਵਿੰਗ? ਇਨ ਯੂਨੀਸਨ ਵਿਦ ਨੇਚਰ ਐਂਡ ਨੇਚਰਸ ਡਿਵਾਈਨ। ਹੁਕਮ ਰਜਾਈ ਚੱਲਣਾ। ਕਿ ਜਪਜੀ ਦਾ ਪਾਠ ਸਾਨੂੰ ਇਹ ਦੱਸਦਾ ਹੈ ਕਿ ਕਰਤਾ ਪੁਰਖ ਦੀ ਕ੍ਰੀਏਟਰ ਅਤੇ ਉਹਦੀ ਆ ਜਿਹੜੀ ਕ੍ਰੀਏਸ਼ਨ ਹੈ, ਨੇਚਰ ਹੈ, ਹਿਊਮਨ ਬੀਇੰਗਸ ਇਨਕਲੂਡਿਡ, ਇਹਨਾਂ ਸਾਰਿਆਂ ਦੇ ਨਾਲ ਕਿਵੇਂ ਇਨ ਯੂਨੀਸਨ, ਇਨ ਹਾਰਮਨੀ, ਇਨ ਕਨੈਕਟ ਲਾਈਫ ਨੂੰ ਕਿਵੇਂ ਜੀਣਾ ਹੈ, ਇਹ ਜਪਜੀ ਦੱਸਦਾ। 6ਵੀਂ ਪੌੜੀ ਛਿੰਟ ਜਿਹੜੀ ਮੇਰੀ ਪਹਿਲੀ ਵਾਰ ਸਟਰਾਈਕ ਕੀਤਾ ਮਾਈਂਡ ਨੂੰ, ਜਿਸ ਦੀ ਫਿਰ ਮੈਂ ਅੱਗੇ ਐਕਸਪਲੋਰ ਕਰਨ ਦੀ ਕੋਸ਼ਿਸ਼ ਕੀਤੀ ਵਿਦਿਨ ਜਪਜੀ, ਉਹ ਪੰਕਤੀ ਸੀ, ਮੱਤ ਵਿੱਚ ਰਤਨ ਜਵਾਹਰ ਮਾਣਿਕ। ਬੜੀ ਕਮਾਲ ਦੀ ਗੱਲ ਸੀ। ਮੱਤ, ਸਾਡੀ ਮੱਤ ਵਿੱਚ ਸਾਰਿਆਂ ਦੀ, ਕਿਸੇ ਇੱਕ ਵਿਸ਼ੇਸ਼ ਬੰਦੇ ਦੇ ਨਹੀਂ, ਸਭ ਦੇ, ਵਿਦਿਨ ਆ ਇੰਟੈਲੈਕਟ, ਵਿਦਿਨ ਆ ਮਾਈਂਡ। ਉਹ ਕਹਿੰਦੇ ਰਤਨ ਜਵਾਹਰ ਮਾਣਿਕ ਭਰੇ ਹੋਏ। ਕਮਾਲ ਹੋ ਗਈ ਬਈ। ਜੈਮਸ, ਜੁਐਲਸ, ਪਰਲਸ, ਬੇਸ਼ਕੀਮਤੀ ਚੀਜ਼ਾਂ, ਸੋ ਪ੍ਰੈਸ਼ੀਅਸ ਥਿੰਗਸ, ਉਹਦੇ ਨਾਲ ਕੰਪੇਅਰ ਗੁਰੂ ਸਾਹਿਬ ਕਰ ਰਹੇ। ਸਾਡੇ ਪਏ ਹੋਏ ਅੰਦਰ, ਕਿਵੇਂ ਮਿਲਣ ਜੀ?
ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਕ, ਇਹਦਾ ਮਤਲਬ ਵੀ ਇਹ ਨਹੀਂ ਵੀ ਬਹੁਤ ਸਾਰੀਆਂ ਸਿੱਖਿਆਵਾਂ ਸੁਣ ਲਓ ਜਾਂ ਸਾਰੀਆਂ ਗੱਲਾਂ ਦਾ ਪਤਾ ਲੱਗ ਜੇ ਫਿਰ ਹੀ ਕੰਮ ਹੋਏਗਾ। ਇੱਕ ਵੀ ਕਿਤੇ ਸੁਣ ਲਓ ਧਿਆਨ ਨਾਲ ਤੇ ਇੰਪਲੀਮੈਂਟ ਕਰ ਲਓ। ਇਹਨੂੰ ਐਕਸਪਲੋਰ ਜਦੋਂ ਮੈਂ ਕੀਤਾ ਵੀ ਇਹ ਰਤਨ ਜਵਾਹਰ ਮਾਣਿਕ ਕੀ ਨੇ, ਮੈਨੂੰ ਲੱਗਾ ਵੀ ਜੇ ਇਹਨਾਂ ਦੀ ਕਿਤੇ ਸਮਝ ਆ ਜਾਏ, ਆਈ ਗੈਸ ਦੇ ਵਿਲ ਹੈਲਪ ਮੀ ਟੂ ਅੰਡਰਸਟੈਂਡ ਹੁਕਮ ਰਜਾਈ ਚੱਲਣਾ ਤੇ ਕਿਵ ਸਚਿਆਰਾ ਹੋਈ ਹੈ ਤੇ ਫਿਰ ਹੋ ਹੀ ਗਿਆ ਅੱਗੇ। ਸੋ ਉਹ ਕੀ ਸਮਝ ਆਏ। ਚੌਥੀ ਪੌੜੀ ਵਿੱਚ ਪੰਕਤੀ ਆਉਂਦੀ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਭਾਖਿਆ ਹੁੰਦੀ ਭਾਸ਼ਾ। ਸਵਾਲ ਇਹ ਹੈ ਕਿ ਵੀ ਰੱਬ ਦੀ ਭਾਸ਼ਾ ਕਿਹੜੀ ਹੈ। ਮੈਂ ਜਦੋਂ ਪਾਠ ਕਰਨਾ, ਸਿਮਰਨ ਕਰਨਾ, ਅਰਦਾਸ ਕਰਨੀ ਹੈ, ਮੇਰੀ ਗੱਲ ਉੱਥੇ ਤੱਕ ਪਹੁੰਚ ਰਹੀ ਹੈ? ਕਿਹੜੀ ਭਾਸ਼ਾ ਵਿੱਚ ਕੀਤੀ ਜਾਂ ਕਿਸ ਤਰੀਕੇ ਨਾਲ ਕੀਤੀ ਗੱਲ ਪਹੁੰਚਦੀ। ਵੀ ਗੋ ਬੈਕ ਟੂ ਆਪਾਂ ਪਰੰਪਰਾਵਾਂ ਵੱਲ ਜਾਈਏ ਤੇ ਕੋਈ ਵੇੜਾ ਸੀ ਵੀ ਲੋਕ ਕਹਿੰਦੇ ਸਨ ਸੰਸਕ੍ਰਿਤ ਦੇਵ ਬਾਣੀ ਹੈ, ਵੀ ਸੰਸਕ੍ਰਿਤ ਵਿੱਚ ਕੀਤਾ ਪਾਠ ਹੀ ਰੱਬ ਤੱਕ ਪਹੁੰਚਦਾ। ਦੂਜਾ ਪਾਸਾ ਕਹਿੰਦਾ ਸੀ ਵੀ ਅਰਬੀ ਫਾਰਸੀ ਵਿੱਚ ਕੀਤਾ ਜਿਹੜਾ ਪਾਠ ਉਹੀ ਪਹੁੰਚਦਾ। ਅੱਗੇ ਆਇਆ ਵੀ ਕੀ ਦੇਵਨਾਗਰੀ ਵਿੱਚ ਕੀਤਾ, ਗੁਰਮੁਖੀ ਵਿੱਚ ਕੀਤਾ, ਇਹ ਨਹੀਂ ਪਹੁੰਚਦਾ। ਗੁਰੂ ਸਾਹਿਬ ਇਸ ਤੋਂ ਬਿਯੋਂਡ ਗੱਲ ਕਰ ਰਹੇ। ਉਹ ਕਹਿੰਦੇ ਵੀ ਰੱਬ ਦੀ ਭਾਸ਼ਾ ਪਤਾ ਕੀ ਹੈ। ਜੇ ਸਵਾਲ ਆਪਾਂ ਕਰੀਏ ਵੀ ਰੱਬ ਦੀ ਕਿਹੜੀ ਭਾਸ਼ਾ, ਗੁਰਮੁਖੀ, ਪੰਜਾਬੀ, ਅਰਬੀ, ਸੰਸਕ੍ਰਿਤ, ਕਿਹੜੀ? ਸੋ ਜਿਵੇਂ ਮੈਂ ਕਿਹਾ ਵੀ ਗੁਰੂ ਸਾਹਿਬ ਦੇ ਜਵਾਬ ਬੜੇ ਹੀ ਅਲੌਕਿਕ ਹੁੰਦੇ ਨੇ। ਉਹ ਕੀ ਆਂਦੇ ਨੇ? ਭਾਖਿਆ ਭਾਉ। ਭਾਉ ਹੁੰਦਾ ਹੈ ਲਵ। ਤੁਸੀਂ ਵੇਖੋਗੇ ਜਪਜੀ ਸਾਹਿਬ ਵਿੱਚ ਹੀ ਇਹ ਸ਼ਬਦ ਕਿੰਨੀ ਵਾਰ ਆਉਂਦਾ ਅੱਜ, ਤੇ ਯੂ ਵਿਲ ਬੀ ਸਰਪ੍ਰਾਈਜ਼ਡ ਕਿ ਜਪਜੀ ਸਾਹਿਬ ਤੇ ਆਪਾਂ ਰੋਜ਼ ਪੜ੍ਹਦੇ ਸਾਂ, ਕਦੀ ਧਿਆਨ ਨਹੀਂ ਗਿਆ। ਭਾਵ ਮਾਨੇ ਭਾਵ, ਪ੍ਰੇਮ ਭਾਵ, ਲਵ। ਉਹ ਆਂਦੇ ਰੱਬ ਦੀ ਭਾਸ਼ਾ ਹੀ ਪਿਆਰ ਹੈ। ਇਹਦਾ ਮਤਲਬ ਤੁਸੀਂ ਪਾਠ ਪੂਜਾ ਕਿਸ ਭਾਸ਼ਾ 'ਚ ਕੀਤਾ, ਕਿਵੇਂ ਕੀਤਾ, ਇਹਨੇ ਨਹੀਂ ਇਨਸ਼ੋਰ ਕਰਨਾ ਵੀ ਉੱਥੇ ਪਹੁੰਚਾ ਕਿ ਨਹੀਂ ਪਹੁੰਚਾ। ਉਹ ਕਿੰਨੇ ਪਿਆਰ 'ਚ ਕੀਤਾ ਹੈ, ਇਹਨੇ ਇਨਸ਼ੋਰ ਕਰਨਾ ਵੀ ਉੱਥੇ ਪਹੁੰਚਾ ਕਿ ਨਹੀਂ ਪਹੁੰਚਾ। ਭਾਖਿਆ ਭਾਸ਼ਾ, ਭਾਖਾ भाषा क्या है? भाव, प्यार। ਅੱਗੇ ਪੜ੍ਹਦੇ ਹਾਂ ਜੀ ਆਪਾਂ ਪੰਜਵੀਂ ਪੌੜੀ। ਪਿਛਲੇ ਲੈਕਚਰ 'ਚ ਵੀ ਕੋਟ ਕੀਤਾ ਸੀ, ਗਾਵੀਐ ਸੁਣੀਐ ਮਨ ਰੱਖੀਐ ਭਾਵ। ਸਿਰਫ ਸ਼ਬਦਾਂ 'ਤੇ ਧਿਆਨ ਦੇਣਾ ਤੁਸੀਂ। ਸੋ ਯੂ ਮੇ ਨੋਟ ਡਾਊਨ, ਭਾਵ ਸ਼ਬਦ ਦੋ ਵਾਰ, ਦੂਜੀ ਵਾਰ ਆ ਗਿਆ ਜੀ। ਲੈਫਟ ਹੈਂਡ ਸਾਈਡ ਸ਼ਬਦ ਲਿਖੀ ਜਾਇਓ ਜਿਹੜੇ ਰਤਨ ਜਵਾਹਰ ਮਾਣਿਕ ਨੇ, ਜਿਨ੍ਹਾਂ ਨੂੰ ਆਪਾਂ ਸਿੰਪਲ ਸ਼ਬਦਾਂ 'ਚ ਕਹਿ ਸਕਦੇ ਹਾਂ ਵਰਚੂਸ, ਐਟਰੀਬਿਊਟਸ, ਗੁਣ। ਕਿਹੜੇ ਕਿਹੜੇ ਗੁਣਾਂ ਦਾ ਜ਼ਿਕਰ ਜਪਜੀ ਸਾਹਿਬ ਵਿੱਚ ਹੋਇਆ, ਉਹਦੇ ਰਾਈਟ ਇਹ ਲਿਖੀ ਜਾਇਓ ਵੀ ਇਹ ਕਿੰਨੀ ਵਾਰ ਆ ਗਿਆ ਸ਼ਬਦ। ਦੈਟ ਵਿਲ ਹੈਲਪ ਟੂ ਫਰਦਰ ਰਿਫਲੈਕਟ ਔਨ ਦੋਜ਼ ਟਰਮਸ। ਸੋ ਭਾਓ ਦੋ ਵਾਰ ਆ ਗਿਆ ਜੀ, ਠੀਕ। ਉਹ ਕਹਿੰਦੇ ਵੀ ਗਾਉਣਾ, ਸੁਣਨਾ, ਮਨ ਵਿੱਚ ਪਿਆਰ ਰੱਖ ਕੇ। ਅੱਗੇ ਚੱਲਦੇ ਹਾਂ ਜੀ। 10ਵੀਂ ਪੌੜੀ। ਸੁਣਿਆ 7, 8ਵੀਂ, 9ਵੀਂ, 10ਵੀਂ, 11ਵੀਂ, 4 ਪੌੜੀਆਂ ਸੁਣਨ ਉੱਤੇ ਆ। ਸੁਣਨਾ, ਅਟੈਂਟਿਵ ਲਿਸਨਿੰਗ, ਹੀਅਰਿੰਗ ਨਹੀਂ ਕਿ ਧਿਆਨ ਨਾਲ ਸੁਣਨਾ। ਜਦੋਂ ਸੁਣਨਾ ਫਿਰ ਧਿਆਨ ਉੱਥੇ ਹੀ ਹੋਵੇ। ਪੰਚਾਂ ਕਾ ਗੁਰ ਏਕ ਧਿਆਨ। ਸੁਣ ਰਹੇ ਆ, ਫਿਰ ਜਿੱਥੋਂ ਆਵਾਜ਼ ਆ ਰਹੀ ਕੀਰਤਨ ਦੀ, ਕਥਾ ਦੀ, ਪਾਠ ਦੀ, ਭਾਵੇਂ ਆਪ ਕਰ ਰਹੇ ਹੋ ਦੂਜਾ, ਫਿਰ ਉੱਥੇ ਧਿਆਨ ਲੱਗਾ ਹੋ। ਅਤੇ ਉਹਦੇ 'ਚ ਪੰਕਤੀ ਆਉਂਦੀ, ਸੁਣਿਆ ਜਿਹੜਾ ਸੀ ਨਾ ਮੱਤ ਵਿੱਚ ਰਤਨ ਜਵਾਹਰ, ਉਹਨਾਂ ਦਾ ਜ਼ਿਕਰ ਹੈ। ਸੁਣਿਆ ਸਤ ਸੰਤੋਖ ਗਿਆਨ। ਲਓ ਜੀ, 3 ਰਤਨ ਜਵਾਹਰ ਮਾਣਕ ਆ ਗਏ ਇਕੱਠੇ। ਕੀ ਆਇਆ? ਸਤ। ਔਂਕੜ ਲੱਗਾ ਹੋਇਆ ਤਾਂ 3, ਜਿਹੜਾ ਉਹ ਸਤ ਨਾਮ ਤੋਂ ਡਿਫਰੈਂਟ ਹੈ। ਇਹਦਾ ਅਰਥ ਹੁੰਦਾ ਹੈ ਸੱਚਾ ਸੁੱਚਾ ਆਚਰਣ, ਜਿਹਨੂੰ ਟਰੁਥਫੁਲ ਕੰਡਕਟ ਕਹਿੰਦੇ ਸੀ। ਅਕਸਰ ਗੱਲ ਹੁੰਦੀ ਨਾ ਗੁੱਡ ਕੈਰੈਕਟਰ ਦੀ, ਕਿਤੇ ਵੀ ਜੋਬ ਲਈ ਜਾਓ ਤੇ ਉਹ ਪਹਿਲੋਂ ਸਰਟੀਫਿਕੇਟ ਮੰਗਦੇ ਵੀ ਇਹਦਾ ਕੈਰੈਕਟਰ ਕਿੱਦਾਂ ਦਾ, ਇਹਦਾ ਵਿਹਾਰ ਕਿੱਦਾਂ ਦਾ, ਇਹਦਾ ਕੰਡਕਟ ਕਿੱਦਾਂ ਦਾ। 7 ਨੰਬਰ 2 ਸੰਤੋਖ, ਜਿਹਦੇ ਬਾਰੇ ਸੁਖਮਨੀ ਦੀ ਪੰਕਤੀ ਕਹਿੰਦੀ ਹੈ, ਬਿਨਾ ਸੰਤੋਖ ਨਹੀਂ ਕੋ ਰਾਜੈ। ਇਹ ਅਲਟੀਮੇਟ ਟਰੁਥਸ ਨੇ। ਇਹਨਾਂ ਨੇ ਸਾਡੀ ਲਾਈਫ ਨੂੰ ਚੇਂਜ ਕਰ ਦੇਣਾ ਅੱਜ ਹੀ। ਜੇ ਹੁਣੇ ਅਸਰ ਕਰ ਜਾਣ ਤੇ ਹੁਣੇ ਹੀ ਚੇਂਜ ਹੋ ਜਾਏਗਾ। ਜੇ ਨਹੀਂ ਕੀਤਾ ਤੇ ਫਿਰ ਸਾਰੀ ਉਮਰ ਭਾਵੇਂ ਪੜ੍ਹਦੇ ਰਹੀ ਆ। ਇਹ ਅਲਟੀਮੇਟ ਟਰੁਥ। ਕੀ ਕਿਹਾ ਜੀ? ਬਿਨਾ ਸੰਤੋਖ ਨਹੀਂ ਕੋ ਰਾਜੈ।
ਦੁਨੀਆ 'ਚ ਜਿੰਨਾ ਮਰਜ਼ੀ ਧਨ ਦੌਲਤ ਪੈਸਾ ਜੌਬ ਗੱਡੀਆਂ ਜੋ ਮਰਜ਼ੀ ਹੋਵੇ, ਇਹ ਮਨ ਨਹੀਂ ਰੱਜ ਸਕਦਾ ਕਦੇ ਅਨਟਿਲ ਯੂ ਹੈਵ ਡਿਵੈਲਪਡ ਕੰਟੈਂਟਮੈਂਟ, ਸੰਤੋਸ਼ ਜਿਹਨੂੰ ਹਿੰਦੀ 'ਚ ਕਹਿੰਦੇ ਸੀ। ਅਤੇ ਜੇ ਸੰਤੋਸ਼ ਆ ਜਾਏ ਨਾ ਤਾਂ ਫਿਰ ਤੁਸੀਂ ਅੱਜ ਹੀ ਰੱਜ ਗਏ। ਜੇ ਸੰਤੋਸ਼ ਆ ਜਾਏ ਵੀ ਜੋ ਕੁਝ ਵੀ ਵਾਹਿਗੁਰੂ ਨੇ ਅੱਜ ਦੀ ਤਰੀਕ ਵਿੱਚ ਹੈਗਾ ਨਾ, ਆਈ ਐਮ ਫਾਈਨ, ਆਲ ਗੁੱਡ, ਆਈ ਐਮ ਹੈਪੀ, ਉਹਦੇ ਵਿੱਚ ਹੀ ਆਪਣੇ ਆਪ ਨੂੰ ਹੈਪੀ ਕਰਨ ਦੀ, ਕੰਟੈਂਟ ਕਰਨ ਦੀ ਕੋਸ਼ਿਸ਼ ਕਰੋ ਅਤੇ ਅੱਗੇ ਲਾਈਫ ਵਿੱਚ ਸਟਰਾਈਵ ਕਰਦੇ ਚਲੋ, ਅਤੇ ਫਿਰ ਅੱਜ ਹੀ ਸੁੱਖ ਆ ਗਿਆ। ਅਦਰਵਾਈਜ਼ ਸਾਰੀ ਉਮਰ ਵੀ ਬੰਦਾ ਵੇਖੋ ਕਰਦਾ ਰਹਿੰਦਾ ਹੈ ਅਤੇ ਗੱਲ ਨਹੀਂ ਬਣਦੀ। ਇਹ ਬਲ ਗੁਰੂ ਸਾਹਿਬ ਕਹਿ ਰਹੇ, ਬਾਣੀ ਕਹਿ ਰਹੀ, ਮੈਂ ਨਹੀਂ ਕਹਿ ਰਿਹਾ। ਸੋ ਬਾਣੀ ਦੀ ਗੱਲ ਜਿਹੜੀ ਅਲਟੀਮੇਟ ਟਰੁੱਥ ਹੁੰਦਾ, ਉਹ ਪੰਜਾਬੀ 'ਚ ਕਹਿੰਦੇ ਪੱਥਰ 'ਤੇ ਲਕੀਰ ਹੈ, ਇਹ ਬਦਲ ਨਹੀਂ ਸਕਦੇ। ਜਿੰਨੀ ਕੁ ਸਮਝ ਲਵਾਂਗੇ, ਜਦੋਂ ਸਮਝ ਲਵਾਂਗੇ, ਜਿੰਨੀ ਕੁ ਇੰਪਲੀਮੈਂਟ ਕਰ ਲਵਾਂਗੇ, ਜਿਹੜਾ ਕਰ ਲਵੇਗਾ ਉਹਦੇ ਲਈ ਲਾਭਦਾਇਕ ਹੈ। ਫਿਰ ਆ ਗਿਆ ਜੀ ਵਿਚਾਰ, ਗਿਆਨ। ਸੁਣਿਆ ਸੱਤ, ਸੰਤੋਖ ਅਤੇ ਗਿਆਨ, ਵਿਜ਼ਡਮ। ਇੱਕ ਹੁੰਦੀ ਇਨਫੋਰਮੇਸ਼ਨ, ਇੱਕ ਹੁੰਦਾ ਨੌਲੇਜ। ਇੱਕ ਫਿਰ ਜਦੋਂ ਉਹਨੂੰ ਅਸੀਂ ਇੰਪਲੀਮੈਂਟ ਕਰ ਲੈਂਦੇ ਹਾਂ ਨਾ, ਉਹ ਜਦੋਂ ਸਾਡੀ ਬਣ ਜਾਂਦੀ ਫਿਰ ਵਿਜ਼ਡਮ ਹੋ ਜਾਂਦੀ। ਇਹ ਸਾਰੀ ਬਾਣੀ ਇਨ ਅ ਵੇ ਗੁਰੂ 'ਚ ਵਿਜ਼ਡਮ ਹੈ। ਪਾਤਸ਼ਾਹ ਨੇ, ਗੁਰੂਆਂ ਨੇ ਆਪਣੇ ਲਾਈਫ ਐਕਸਪੀਰੀਅੰਸ ਵਿੱਚੋਂ, ਇੰਪਲੀਮੈਂਟੇਸ਼ਨ ਵਿੱਚੋਂ ਉਹ ਚੀਜ਼ਾਂ ਕੀਤੀਆਂ ਨੇ ਲਾਈਫ ਵਿੱਚ। ਇਹ ਕੋਈ ਫਿਲੋਸੋਫਿਕ ਗੱਲਾਂ ਨਹੀਂ, ਅਤੇ ਉਹ ਸਾਨੂੰ ਦੱਸੀਆਂ। ਸੋ ਇਹ ਜਿਹੜਾ ਸੱਤ, ਸੰਤੋਖ, ਗਿਆਨ ਹੈ ਨਾ, ਇਹ ਜੇ ਕਹਿਣਾ ਹੋਵੇ ਨਾ ਵੀ ਤਿੰਨ ਕਿਹੜੇ ਮੋਸਟ ਇੰਪੋਰਟੈਂਟ ਐਟਰੀਬਿਊਟਸ ਨੇ, ਇਹ ਤਿੰਨ ਨੇ। ਸੱਤ, ਟਰੂਥਫੁਲ ਕੰਡਕਟ, ਸੰਤੋਖ, ਕੰਟੈਂਟਮੈਂਟ ਅਤੇ ਵਿਜ਼ਡਮ। ਇਹਨਾਂ ਨੂੰ ਤੁਸੀਂ ਜਿਹੜੇ ਤਿੰਨ ਸਾਡੇ ਹੈਗੇ ਨੇ ਨਾ ਗੋਲਡਨ ਰੂਲਸ, ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ, ਉਹਨਾਂ ਨਾਲ ਵੀ ਜੋੜ ਸਕਦੇ ਰਾਈਟ। ਕਿਰਤ ਕਰਨੀ ਜਿਹੜੀ ਹੈ ਨਾ, ਅਸਲ ਵਿੱਚ ਉਹਦਾ ਐਕਚੁਅਲ ਫਰੇਜ਼ ਹੈਗੀ ਧਰਮ ਦੀ ਕਿਰਤ ਕਰਨੀ। ਕਿਰਤ ਤੇ ਹਰ ਬੰਦਾ ਹੀ ਕਰਦਾ, ਪਰ ਜੇ ਕਿਰਤ ਟਰੂਥਫੁਲ ਨਹੀਂ, ਓਨੈਸਟ ਨਹੀਂ, ਧਰਮ ਵਾਲੀ ਨਹੀਂ, ਤੇ ਫਿਰ ਉਹ ਕਿਰਤ ਨਹੀਂ। ਸੋ ਧਰਮ ਦੀ ਕਿਰਤ ਹੈ ਸੱਤ, ਆਚਰਣ, ਵਿਹਾਰ, ਬਿਹੇਵੀਅਰ, ਡੀਲਿੰਗਸ ਟਰੂਥਫੁਲ ਹੋਣ। ਵੰਡ ਛਕਣਾ, ਵੰਡ ਕੇ ਅਸਲ ਅਰਥਾਂ 'ਚ ਉਹੀ ਛਕਦਾ ਹੈ ਜਿਹਦੇ ਅੰਦਰ ਸੰਤੋਖ ਆ ਗਿਆ। ਨਹੀਂ ਤੇ ਜਿਹੜਾ ਵੰਡ ਕੇ ਛਕਦੇ ਨਾ, ਉਹ ਅਸੀਂ ਜਾਂ ਤਾਂ ਲਾਲਚ ਲਈ ਛਕ ਰਹੇ ਹੁੰਦੇ ਵੀ ਕੁਛ ਥੋੜ੍ਹਾ ਜਿਹਾ ਵੰਡ ਲਈਏ, ਕੋਈ ਹੋਰ ਮਿਲ ਜਾਏ, ਹੋਰ ਆ ਜਾਏ, ਜਾਂ ਵਿਖਾਵੇ ਨਹੀਂ। ਅਸਲ ਵਿੱਚ ਜਦੋਂ ਤ੍ਰਿਪਤ ਹੋ ਗਿਆ ਵੀ ਗੁਰੂ ਪਾਤਸ਼ਾਹ ਨੇ ਦੋ ਦਿੱਤਾ ਹੈ, ਬਹੁਤ ਹੈ, ਇਹਦੇ ਵਿੱਚੋਂ ਮੈਂ ਚਾਹੁੰਦਾ ਵੀ ਇੰਨਾ ਕੁ ਜਿਹੜਾ ਨਾ ਕੁਛ ਹਿੱਸਾ ਮੈਂ ਦੂਜਿਆਂ ਦੇ ਨਾਲ ਛਕਾਂ। ਇਸ ਭਾਵਨਾ 'ਚ ਜਦੋਂ ਛਕਦੇ ਹੋ, ਵੰਡਦੇ ਹੋ, ਉਹ ਸੰਤੋਖ ਦੇ ਵਿੱਚੋਂ ਆਉਂਦਾ ਨਾ। ਆਸਾ ਕੀ ਵਾਰ ਸੇਵ ਕੀਤੀ ਸੰਤੋਖੀ, ਅਸਲ ਸੇਵਾ ਤਾਂ ਸੰਤੋਖੀਆਂ ਨੇ ਕੀਤੀ ਵੀ ਜਿਹਦੇ ਅੰਦਰ ਆਪ ਸੰਤੋਖ ਹੀ ਨਹੀਂ ਆਇਆ, ਉਹਦੀ ਸੇਵਾ ਗੁਰੂ ਸਾਹਿਬਾਂ ਦੇ ਵੀ ਤੇ ਲਾਲਚ ਵਾਲੀ ਹੈ ਜਾਂ ਵਿਖਾਵੇ ਵਾਲੀ। ਇਹ ਸੰਤੋਖ। ਫਿਰ ਗਿਆਨ ਤੇ ਵਿਚਾਰ, ਇਹੋ ਹੀ ਪੰਕਤੀ ਥੋੜ੍ਹੇ ਜਿਹੇ ਚੇਂਜ ਨਾਲ ਗੁਰੂ ਗ੍ਰੰਥ ਸਾਹਿਬ ਦੀ ਆਖਰੀ ਪੰਕਤੀ, ਆਖਰੀ ਸ਼ਬਦ ਵਿੱਚ ਆਉਂਦੀ। ਮੁੰਦਾਵਣੀ ਵਾਲਾ ਜਿਹੜਾ ਸ਼ਬਦ ਹੈ, ਥਾਲ ਵਿੱਚ ਤਿੰਨ ਵਸਤੂ ਪਈਓ। ਗੁਰੂ ਗ੍ਰੰਥ ਸਾਹਿਬ ਨੂੰ ਸਮਅਪ ਕਰ ਰਹੇ ਗੁਰੂ ਅਰਜਨ ਪਾਤਸ਼ਾਹ ਜੀ ਕਿ ਇਹਦੇ ਵਿੱਚ ਤਿੰਨ ਪ੍ਰਮੁੱਖ ਗੁਣ ਜਿਹੜੇ ਨੇ ਉਹ ਵਿਆਪਕ ਨੇ ਸਾਰੀ ਬਾਣੀ 'ਚ। ਕਿਹੜੇ ਕਿਹੜੇ ਨੇ? ਸੱਤ, ਸੰਤੋਖ ਤੇ ਵਿਚਾਰ। ਇਹ ਗਿਆਨ ਤੇ ਵਿਚਾਰ ਇੱਕ ਹੀ ਚੀਜ਼, ਇਹਨੂੰ ਇਕੱਠਾ ਗਿਆਨ ਵਿਚਾਰ। ਇਹ ਵਿਚਾਰ ਦਾ ਨਾਮ ਦੇ ਨਾਲ ਮੇਲ ਹੁੰਦਾ ਜਾ, ਆਤਮ ਵਿਚਾਰ, ਆਤਮ ਚਿੰਤਨ ਹੈ ਨਾ। ਨਾਮ ਦੇ ਵਿੱਚ ਮੈਡੀਟੇਸ਼ਨ, ਜਿਵੇਂ ਮੈਂ ਕਿਹਾ, ਮੈਡੀਟੇਸ਼ਨ, ਰਿਫਲੈਕਸ਼ਨ, ਨਾਮ ਧਿਆਉਣਾ, ਨਾਮ ਜਪਣਾ, ਇਹਨੇ ਸਾਨੂੰ ਸੈਲਫ ਰਿਫਲੈਕਟਿਵ ਬਣਾਉਣਾ। ਨਾਮ ਨੇ ਸਾਡੇ ਆਤਮ ਦਾ ਹਿੱਸਾ ਬਣਨਾ। ਨਾਮ ਦੇ ਵਿੱਚ ਧਿਆਨ ਜੋੜ ਜੋੜ ਕੇ ਅਸੀਂ ਆਪਣੇ ਆਪ ਨੂੰ ਇੰਪਰੂਵ ਕਰਨਾ। ਸੋ ਉਹ ਨਾਮ ਜਪਣਾ, ਧਰਮ ਦੀ ਕਿਰਤ ਕਰਨੀ ਤੇ ਵੰਡ ਕੇ ਛਕਣਾ, ਸਤ ਸੰਤੋਖ ਗਿਆਨ ਨਾਲ, ਸਤ ਸੰਤੋਖ ਵਿਚਾਰੋਂ ਨਾਲ ਮੈਚ ਕਰ ਸਕਦੇ ਹੋ ਤੁਸੀਂ। ਸੋ ਮੈਂ ਕਹਿ ਰਿਹਾ ਸੀ ਇਹ ਏਡੇ ਪ੍ਰਮੁੱਖ ਗੁਣ ਨੇ ਤੇ ਜਪਜੀ 'ਚ ਅਸੀਂ ਰੋਜ਼ ਪੜ੍ਹਦੇ ਹਾਂ। ਮੱਤ ਵਿੱਚ ਰਤਨ ਜਵਾਹਰ ਮਾਣ। ਅੱਗੇ ਚੱਲਦੇ ਹਾਂ ਜੀ। 16ਵੀਂ ਪੌੜੀ ਵੇਖੋ, ਰੋਜ਼ ਪਾਠ ਕਰਦੇ ਹਾਂ ਆਪਾਂ, ਪਰ ਬੜੀ ਕਮਾਲ ਦੀ ਗੱਲ ਹੈ। ਤਿੰਨ ਨਵੇਂ ਹੋਰ ਗੁਣ ਆ ਰਹੇ ਨੇ, ਇੱਕ ਰਿਪੀਟ ਹੋਏਗਾ, ਦੋ ਨਵੇਂ। ਧੌਲ, ਧਰਮ, ਦਇਆ ਕਾ ਪੂਤ, ਸੰਤੋਖ। ਸੰਤੋਖ ਦੋ ਵਾਰ ਆ ਗਿਆ ਜੀ, ਨੋਟ ਕਰ ਲਿਓ। ਥਾਪ ਰੱਖਿਆ ਜਿਨ। ਬੜੀ ਕਮਾਲ ਦੀ ਗੱਲ। ਫਿਰ ਵੇਖੋ ਗੁਰੂ ਸਾਹਿਬ, ਜੇ ਮੈਂ ਤੁਹਾਨੂੰ ਸਵਾਲ ਪੁੱਛਾਂ, ਪਹਿਲੋਂ ਧਰਮ ਕਿ ਪਹਿਲੋਂ ਦਇਆ? ਹੈ ਨਾ, ਅਕਸਰ ਸਾਡੇ 'ਚੋਂ ਨਿਕਲੇਗਾ ਆਨਸਰ ਜਿਹੜਾ ਹੁੰਦਾ ਵੀ ਧਰਮ ਪਹਿਲਾਂ ਹੋਣਾ ਚਾਹੀਦਾ, ਬਾਕੀ ਚੀਜ਼ਾਂ ਬਾਅਦ 'ਚ। ਪਰ ਗੁਰੂ ਸਾਹਿਬ ਇੱਥੇ ਉਲਟ ਰਹੇ ਨੇ। ਵੇਖੋ ਗੱਲ,
ਦਇਆ ਪਈ। ਇਹਦਾ ਸੰਕੇਤਕ ਮਿਲਦਾ ਵੀ ਜਦੋਂ ਪੰਜ ਪਿਆਰੇ ਸਾਹਿਬਾਨ ਅਸੀਂ ਆਉਂਦੇ ਨੇ ਤੇ ਪਹਿਲੇ ਦਾ ਨਾਂ ਕੀ ਉੱਥੇ, ਦੂਜਾ ਸਾਨੂੰ ਲੱਗਦਾ, ਮੈਨੂੰ ਲੱਗਦਾ ਐਟਲੀਸਟ ਵੀ ਜਿਵੇਂ ਉਹ ਕਿਤੇ ਨਾ ਕਿਤੇ ਜਪਜੀ ਵਿੱਚ ਉਹ ਚੀਜ਼ ਪਈ ਹੋਈ ਸੀ, ਧੌਲ ਧਰਮ ਦਇਆ ਕਾ ਪੂਤ। ਉਹਦਾ ਫਾਦਰ ਦਇਆ ਹੈ, ਫਾਦਰ ਪਹਿਲੋਂ ਆਏਗਾ ਨਾ। ਇਹ ਇੰਗਲਿਸ਼ ਵਿੱਚ ਵੀ ਇੱਕ ਕਹਿੰਦੇ ਨੇ ਬੜਾ ਵਧੀਆ ਕੋਟ ਕਿ ਕੰਪੈਸ਼ਨ ਇਜ਼ ਦੀ ਮਦਰ ਆਫ ਆਲ ਵਰਚੂਸ। ਦਇਆ ਦੇ ਵਿੱਚੋਂ ਧਰਮ ਨੇ ਪੈਦਾ ਹੋਣਾ। ਵੇਖੋ ਨਹੀਂ, ਵੇਖੋ ਅਸੀਂ ਕਿਸ ਤਰ੍ਹਾਂ ਲਾਈਫ ਨੂੰ ਜੀ ਰਹੇ ਹਾਂ। ਅਸੀਂ ਧਰਮ ਦੀ ਗੱਲ ਕਰਦੇ ਹਾਂ ਪਰ ਕੰਪੈਸ਼ਨ ਤੋਂ ਖਾਲੀ। ਸਾਨੂੰ ਜਦੋਂ ਦੂਜੇ ਚੰਗੇ ਨਹੀਂ ਲੱਗਦੇ ਜਾਂ ਉਹ ਹੋਰ ਤਰ੍ਹਾਂ ਲੱਗ ਰਹੇ ਨੇ ਜਾਂ ਲੱਗ ਰਿਹਾ ਵੀ ਸਾਰਾ ਕੁਝ ਹੀ ਖਰਾਬ ਆ, ਤਾਂ ਉਹ ਅਸਲ ਵਿੱਚ ਸਾਡੇ ਅੰਦਰ ਕੰਪੈਸ਼ਨ ਦੀ ਘਾਟ ਹੋਈ ਪਈ ਨਾ। ਉਹਦੀ ਥਾਂ ਕਿਤੇ ਨਾ ਕਿਤੇ ਡਿਸਲਾਈਕਿੰਗ, ਹੇਟਰੇਡ, ਫਰਸਟ੍ਰੇਸ਼ਨ, ਇਹ ਚੀਜ਼ਾਂ ਬੜੀਆਂ ਹੋਈਆਂ। ਜੇ ਉਹਨਾਂ ਨੂੰ ਉਲਟਾ ਕਰ ਦਈਏ ਵੀ ਅੰਦਰ ਕੰਪੈਸ਼ਨ ਆ ਜਾਏ ਨਾ, ਤੇ ਤਸਵੀਰ ਬਦਲ ਜਾਊਗੀ। ਸੋ ਗੁਰੂ ਪਾਤਸ਼ਾਹ ਕਹਿੰਦੇ ਯਾਨੀ ਇਹ ਇੰਨੀਆਂ ਇੰਪੋਰਟੈਂਟ ਚੀਜ਼ਾਂ ਨੇ, ਇਹ ਰਤਨ ਜਵਾਹਰ, ਧਰਮ ਤੇ ਦਇਆ। ਧਰਮ ਨੂੰ ਸਿੰਪਲ ਇੰਗਲਿਸ਼ ਵਿੱਚ ਕਹਿਣਾ ਹੋਵੇ ਰਾਈਚਸਨੈਸ, ਬੰਦਾ ਰਾਈਚਸ ਹੋਵੇ। ਅੱਜ ਕੱਲ੍ਹ ਜੌਬ ਕਰਨ ਜਾਓ ਤੇ ਪਹਿਲਾ ਗੁਣ ਵੇਖਦੇ ਨੇ ਇੰਟੈਗਰਿਟੀ ਬੰਦੇ ਦੀ ਕਿੰਨੀ, ਓਨੈਸਟੀ ਕਿੰਨੀ ਹੈ, ਰਾਈਟ, ਡਿਊਟੀਫੁਲਨੈਸ ਕਿੰਨੀ ਹੈ, ਕਮਿਟਮੈਂਟ ਕਿੰਨਾ ਹੈ, ਡੈਡੀਕੇਸ਼ਨ ਕਿੰਨਾ ਹੈ, ਇਹ ਧਰਮ ਹੈ। ਸੰਤੋਖ ਫਿਰ ਆ ਗਿਆ। ਕੁਐਸਚਨ ਸੀ ਵੀ ਜਿਵੇਂ ਸਾਰੇ ਸੰਸਾਰ ਜੇ ਇਹਦੇ 'ਚ ਅੱਜ ਕਿਤੇ ਸ਼ਾਂਤੀ ਹੈ, ਟਿਕਾ ਹੈ, ਕੁਝ ਖੂਬਸੂਰਤੀ ਨਜ਼ਰ ਆ ਰਹੀ ਹੈ, ਤੇ ਗੁਰੂ ਸਾਹਿਬ ਕਹਿੰਦੇ ਵੀ ਉਹ ਸਭ ਨੂੰ ਬੰਨ੍ਹ ਕੇ ਰੱਖਣ ਵਾਲੀਆਂ ਇਹ ਤਿੰਨ ਚੀਜ਼ਾਂ ਨੇ, ਦਇਆ, ਧਰਮ ਤੇ ਸੰਤੋਖ। ਜਦੋਂ ਵੀ ਕਿਤੇ ਆਪਣੇ ਮੁਲਕ ਵਿੱਚ ਜਾਂ ਕਿਤੇ ਹੋਰ ਕੋਈ ਅਨਟਰੂਵਰਡ ਇਨਸੀਡੈਂਟ ਹੋ ਗਈ, ਦੰਗੇ ਹੋ ਗਏ, ਲੜਾਈ ਝਗੜਾ ਹੋ ਗਿਆ, ਫਸਾਦ ਹੋ ਗਿਆ, ਰਾਈਟ, ਹੋ ਗਿਆ ਜਾਂ ਜਿਸ ਤਰ੍ਹਾਂ ਵੀ ਆ, ਉੱਥੇ ਉਹਨੂੰ ਜੇ ਫਿਲੋਸੋਫੀਕਲੀ ਜਾਂ ਇਸ ਪੰਕਤੀਆਂ ਦੇ ਨਜ਼ਰੀਏ ਤੋਂ ਦੇਖਣਾ ਹੋਵੇ, ਸਪਿਰਿਚੁਅਲੀ ਦੇਖਣਾ ਹੋਵੇ, ਤਾਂ ਉਹ ਇੱਦਾਂ ਗੁਰੂ ਸਾਹਿਬ ਕਹਿੰਦੇ ਵੀ ਅਸਲ ਵਿੱਚ ਉੱਥੇ ਇਹਨਾਂ ਤਿੰਨਾਂ ਚੀਜ਼ਾਂ ਦੀ ਘਾਟ ਹੋ ਗਈ ਹੈ। ਇਹਨਾਂ ਦਾ ਗ੍ਰਾਫ ਉਸ ਵੇਲੇ ਡਾਊਨ ਚਲਾ ਗਿਆ। ਇਹ ਗੁਣ ਸਾਡੇ ਵਿੱਚ ਕਿਸੇ ਨਾ ਕਿਸੇ ਪਰਸੈਂਟੇਜ ਵਿੱਚ ਸਾਰੇ ਹੈਗੇ ਨੇ, 5%, 10%। ਸਾਡੇ ਸਾਰਿਆਂ ਦਇਆ ਵੀ ਹੈ, ਕੰਟੈਂਟਮੈਂਟ ਵੀ ਹੈ, ਧਰਮ ਵੀ ਹੈ, ਸਭ ਵਿੱਚ। ਪਰ ਇਹਦੀ ਜਦੋਂ ਡਾਊਨਫਾਲ ਹੋ ਗਈ ਨਾ, ਇਹ ਘਟ ਕੇ 0 ਤੇ ਚਲੇ ਗਏ, ਤੇ ਲੋਕ ਫਿਰ ਉਲਟਾ ਹੋ ਗਏ। ਉਹੀ ਲੋਕ ਜਿਹੜੇ ਇਕੱਠੇ ਬਹਿੰਦੇ ਸੀ ਕੱਲ ਇੱਕ ਦੂਜੇ ਨੂੰ ਮਾਰਨ ਲੱਗ ਪਏ। ਸੋ ਇਹ ਸੰਸਾਰ ਦਾ ਜਿਹੜਾ ਬੈਲੈਂਸ ਬਣਿਆ ਹੋਇਆ ਨਾ, ਇਹ ਤਿੰਨ ਗੁਣ ਇਹਦੀਆਂ ਫਾਊਂਡੇਸ਼ਨਸ ਨੇ, ਹੈ ਨਾ। ਇੱਥੇ ਕੁਐਸਚਨ ਇਹ ਸੀ ਵੀ ਸੰਸਾਰ ਨੂੰ, ਧਰਤੀ ਨੂੰ ਕਿੰਨੇ ਸਪੋਰਟ ਕੀਤੀ ਹੋਈ ਹੈ। ਉਹਦਾ ਜਵਾਬ ਗੁਰੂ ਸਾਹਿਬ ਦੇ ਰਹੇ ਵੀ ਇਹ ਤਿੰਨ ਗੁਣ ਨੇ ਜਿਹੜੇ, ਦਇਆ, ਧਰਮ ਤੇ ਸੰਤੋਖ। ਸੋ ਇਹਦੇ ਚੋਂ ਇਹ ਨਿਕਲਦਾ, ਇੰਗਲਿਸ਼ ਵਿੱਚ ਇਹਨੂੰ ਕਹਿਣਾ ਹੋਵੇ ਕਿ ਰਾਈਚਸਨੈਸ, ਧਰਮ, ਕੰਪੈਸ਼ਨ ਐਂਡ ਕੰਟੈਂਟਮੈਂਟ ਅਪਹੋਲਡਸ ਦੀ ਆਰਡਰ ਆਫ ਨੇਚਰ, ਕ੍ਰੀਏਸ਼ਨ, ਅਰਥ। ਇਹ ਧਰਤੀ ਦੇ ਆਰਡਰ ਨੂੰ ਸਸਟੇਨ ਕਰਨ ਵਾਲੀਆਂ ਚੀਜ਼ਾਂ। ਸੋ ਵਾਟ ਡੂ ਵੀ ਡੂ? ਸੋ ਇਹਦੇ ਚੋਂ ਹਿੰਟ ਮਿਲਦੀ ਹੈ ਕਿ ਬੀ ਕੰਪੈਸ਼ਨੇਟ। ਇਹ ਦੂਜੇ ਲਈ ਨਹੀਂ, ਕੁਝ ਚੀਜ਼ਾਂ ਨਾ ਆਪਣੇ ਆਪ ਲਈ ਹੁੰਦੀਆਂ ਨੇ, ਹੈ ਨਾ। ਆਪ ਅਸੀਂ ਕੰਪੈਸ਼ਨੇਟ ਹੋਈਏ। ਬੀ ਕੰਪੈਸ਼ਨੇਟ ਟੂ ਅਦਰਸ, ਕੰਪੈਸ਼ਨੇਟ ਅਦਰਸ ਨੂੰ ਹੋਣਾ। ਬੀ ਸੈਟਿਸਫਾਈਡ ਵਿਦਿਨ, ਇਹ ਆਪਣੇ ਤੇ ਲਾਗੂ ਕਰਨ ਵਾਲੀ ਚੀਜ਼, ਅੰਦਰੋਂ ਸੰਤੋਖੀ ਬਣੀਏ। ਐਂਡ ਲੀਡ ਅ ਰਾਈਚਸ ਲਾਈਫ, ਇਹ ਇਹਦੇ 'ਚ ਸਾਨੂੰ ਸੰਕੇਤ ਮਿਲ ਰਿਹਾ। ਇੱਕ ਹੋਰ ਕੋਟ ਬੜਾ ਪਿਆਰਾ ਮੈਨੂੰ ਯਾਦ ਆ ਰਿਹਾ ਕਿ ਦੀ ਬੈਸਟ ਪਾਰਟ ਆਫ ਅ ਪਰਸਨਸ ਲਾਈਫ ਇਜ਼ not name, wealth or ability. The best part of a good person's life is that little acts of kindness and love given to others. ਕਿ ਜ਼ਿੰਦਗੀ ਵਿੱਚ ਕੀ ਖੱਟਿਆ, ਕਿੰਨਾ ਕੁ ਨਾਮ ਹੈ, ਕਿੱਡੀ ਵੱਡੀ ਪੋਜੀਸ਼ਨ ਹੈ, ਕਿੰਨਾ ਕੁ ਧਨ ਹੈ, ਇਹ ਜ਼ਿੰਦਗੀ ਦੇ ਮਿਆਰ ਨਹੀਂ ਹੁੰਦੇ। ਇਹਨਾਂ 'ਚੋਂ ਅਸਲ ਖੁਸ਼ੀ ਨਹੀਂ ਲੱਭਦੀ। ਜੇ ਲੱਭਦੀ ਹੈ ਤਾਂ ਟੈਂਪਰਰੀ ਹੁੰਦੀ ਹੈ। ਅਸਲ ਖੁਸ਼ੀ ਉੱਥੋਂ ਲੱਭਦੀ ਹੈ ਕਿ ਜ਼ਿੰਦਗੀ ਵਿੱਚ ਤੁਸੀਂ ਦੂਜਿਆਂ ਨਾਲ ਕਿੰਨਾ ਕੁ ਕੰਪੈਸ਼ਨੇਟ ਤੇ ਲਵ ਦੇ ਨਾਲ ਪੇਸ਼ ਆਏ ਹੋ, ਕਿੰਨਾ ਕੁ ਲਵ ਤੇ ਕੰਪੈਸ਼ਨ ਦੂਜਿਆਂ ਨਾਲ ਸ਼ੇਅਰ ਕੀਤਾ ਹੈ, ਤੁਹਾਡੇ ਅੰਦਰ ਹੈ। ਸ਼ੇਅਰ ਨੂੰ ਵੀ ਛੱਡੋ, ਦੂਜਿਆਂ ਨੂੰ ਵੇਖ ਕੇ ਕਿੰਨਾ ਕੁ ਕੰਪੈਸ਼ਨ ਅੰਦਰੋਂ ਉੱਠਦਾ ਹੈ, ਕਿੰਨਾ ਕੁ ਲਵ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਤੁਹਾਡੇ ਜੀਵਨ ਦੇ ਮਿਆਰ ਨੂੰ ਦੱਸਦਾ ਵੀ ਜੀਵਨ ਕਿੱਥੇ ਖੜਾ ਹੈ। ਅੱਗੇ ਚੱਲਦੇ ਹਾਂ ਜੀ, ਪੌੜੀ 21। ਸੁਣਿਆ, ਮੰਨਿਆ, ਅੱਗੇ ਕੀ ਹੈ ਜੀ? ਮਨ ਕੀਤਾ, ਤੀਜੀ ਵਾਰ ਆ ਗਿਆ, ਭਾਵ ਮਾਨੇ ਪ੍ਰੇਮ। ਜੇ ਹੋਰ ਸਾਰਾ ਕੁਝ ਭੁੱਲ ਜਾਓ ਤੇ ਇਹ ਨਾ ਭੁੱਲਿਓ ਅੱਜ ਤੋਂ ਬਾਅਦ, ਭਾਵ ਸ਼ਬਦ ਜਿੱਥੇ ਵੀ ਬਾਣੀ ਚ ਆਉਂਦਾ, ਲਵ,
ਡਿਵੋਸ਼ਨ, ਪ੍ਰੇਮ ਦੇ ਅਰਥਾਂ 'ਚ ਭਾਵ। ਤੀਜੀ ਵਾਰ ਆ ਗਿਆ ਵੇਖੋ, ਜਿਸ ਨੇ ਸੁਣ ਲਿਆ ਤੇ ਫਿਰ ਮੰਨ ਲਿਆ ਤੇ ਮਨ ਵਿੱਚ ਪਿਆਰ ਕਰ ਲਿਆ। ਕਈ ਵਾਰ ਨਾ ਸੁਣਨਾ ਠੀਕ ਤੇ ਮੰਨਣਾ ਸਾਨੂੰ ਲੱਗਦਾ ਸੁਣਨ ਤੇ ਮਨ 'ਚ ਕੰਮ ਹੋ ਗਿਆ, ਪਰ ਨਹੀਂ। ਦੇਖੋ ਗੁਰੂ ਸਾਹਿਬ ਉਸ ਤੋਂ ਬਿਯੋਂਡ ਜਾਂਦੇ। ਕਈ ਵਾਰ ਅਸੀਂ ਬਹੁਤ ਸਾਰੀਆਂ ਗੱਲਾਂ ਮੰਨ ਲਈਆਂ, ਇੰਪਲੀਮੈਂਟ ਕਰ ਲਈਆਂ, ਅਸੀਂ ਕਰ ਰਹੇ ਹਾਂ, ਪਰ ਫਿਰ ਵੀ ਉਹ ਕਿਤੇ ਨਾ ਕਿਤੇ ਮਕੈਨੀਕਲ ਲੈਵਲ ਤੇ ਹੀ ਹੁੰਦੀ, ਐਕਸਟਰਨਲ ਲੈਵਲ ਤੇ ਹੁੰਦੀ, ਫੇਕ ਜਿਹੀਆਂ ਹੀ ਹੁੰਦੀਆਂ, ਜਿੰਨਾ ਚਿਰ ਤੱਕ ਅੰਦਰੋਂ ਨਹੀਂ ਤੁਸੀਂ ਉਹਦੇ ਨਾਲ ਜੁੜੇ ਹੋ। ਤੇ ਗੁਰੂ ਸਾਹਿਬ ਕਹਿੰਦੇ ਮਨ ਕੀਤਾ, ਮਨ ਵਿੱਚ ਪਿਆਰ ਨਹੀਂ ਨਾ ਜਿੰਨਾ ਚਿਰ ਕੀਤਾ, ਉਹਨਾਂ ਚਿਰ ਭਾਵੇਂ ਮਨ ਵੀ ਲਈਆਂ ਹੁਣ ਗੱਲਾਂ, ਉਹ ਫੋਰਸਫੁਲ ਹੀ ਨੇ, ਉਹ ਬਸ ਕਿਤੇ ਨਾ ਕਿਤੇ ਮਕੈਨੀਕਲ। ਤੇ ਜੇ ਇਹ ਕਰ ਲਿਆ ਤਾਂ ਕਹਿੰਦੇ ਅੰਤਰਗਤ ਤੀਰਥ ਮਲ ਨਾ ਹੋ, ਜਾਣੋ ਵੀ ਅੰਦਰ ਇਸ਼ਨਾਨ ਹੋ ਗਿਆ, ਆਤਮਾ ਦਾ ਇਸ਼ਨਾਨ ਹੋ ਗਿਆ। ਵੇਖੋ ਗੱਲਾਂ ਵੇਖੋ ਕਿੰਨੀਆਂ ਪਿਆਰੀਆਂ। ਜੇ ਤੁਸੀਂ ਕਿਤੇ ਧਿਆਨ ਨਾਲ ਗੁਰੂ ਦੀ ਬਾਤ ਨੂੰ ਸੁਣ ਲਿਆ, ਮੰਨ ਲਿਆ ਤੇ ਮਨ ਕਰਕੇ ਉਹਦੇ ਨਾਲ ਪ੍ਰੇਮ ਪਾ ਲਿਆ, ਤੇ ਗੁਰੂ ਸਾਹਿਬ ਕਹਿੰਦੇ ਵੀ ਅੰਦਰ ਹੀ ਇਸ਼ਨਾਨ ਹੋ ਗਿਆ। ਅੱਗੇ ਚੱਲਦੇ ਹਾਂ ਜੀ, ਪੌੜੀ ਨੰਬਰ 28। ਫਿਰ ਕਮਾਲ ਹੋਈ ਪਈ, ਉਹ ਰਤਨ ਜਵਾਹਰ ਮਾਣਕ ਨਿਕਲ ਕੇ ਆ ਰਹੇ ਨੇ। ਉੱਥੇ ਗੁਰੂ ਸਾਹਿਬ ਜੋਗੀ ਨੂੰ ਉਪਦੇਸ਼ ਕਰ ਰਹੇ ਨੇ। ਜੋਗੀ ਲੋਕ ਪੁਰਾਣੇ ਜ਼ਮਾਨੇ 'ਚ, ਅੱਜ ਕੱਲ੍ਹ ਵੀ ਵੇਖ ਸਕਦੇ ਹਾਂ ਆਪਾਂ, ਮੁੰਦਰਾਂ ਪਾਉਂਦੇ ਨੇ, ਪਿੰਡੇ ਤੇ ਸੁਆਹ ਮੜ ਲੈਂਦੇ ਨੇ, ਹੱਥ ਵਿੱਚ ਇੱਕ ਝੋਲੀ ਹੁੰਦੀ ਹੈ ਜਿਹੜਾ ਮੰਗ ਕੇ ਤੇ ਉਹ ਭਿੱਖਿਆ ਲੈ ਕੇ ਤੇ ਖਾਂਦੇ ਨੇ। ਉਹਨਾਂ ਨੂੰ ਗੁਰੂ ਸਾਹਿਬ ਕੰਪੇਅਰ ਕਰਕੇ ਦੱਸ ਰਿਹਾ ਤੇ ਰਤਨ ਜਵਾਹਰ ਨਾਲ ਕੰਪੇਅਰ ਕਰ ਰਿਹਾ। ਉਹਨਾਂ ਦੀਆਂ ਉਹ ਐਕਸਟਰਨਲਿਟੀਜ਼ ਨੂੰ ਇੰਟਰਨਲ ਵਰਚੂਜ਼ ਦੇ ਨਾਲ ਗੁਰੂ ਸਾਹਿਬ ਕੰਪੇਅਰ ਕਰਕੇ ਕੀ ਦੱਸ ਰਹੇ ਆ? ਮੁੰਦਾ, ਸੰਤੋਖ। ਸੰਤੋਖ ਕਿੰਨੀ ਵਾਰ ਆ ਗਿਆ ਜੀ? ਤੀਸਰੀ ਵਾਰ ਆ ਗਿਆ। ਅੱਗੇ ਸ਼ਰਮ, ਪੱਤ, ਝੋਲੀ। ਸ਼ਰਮ ਪਹਿਲੀ ਵਾਰ ਆਇਆ, ਪਰਿਸ਼ਰਮ, ਮਿਹਨਤ। ਇਹ ਦੱਸਣ ਦੀ ਲੋੜ ਨਹੀਂ ਵੀ ਸ਼ਰਮ ਤੇ ਪਰਿਸ਼ਰਮ, ਮਿਹਨਤ ਦੀ ਜੀਵਨ ਵਿੱਚ ਕੀ ਇੰਪੋਰਟੈਂਸ ਹੈ। ਡੂ ਆਈ ਨੀਡ ਟੂ ਐਕਸਪਲੇਨ? ਆਪਾਂ ਸਭ ਜਾਣਦੇ। ਸਿਆਣੇ ਕਹਿੰਦੇ ਨੇ ਵੀ ਜ਼ਿੰਦਗੀ ਦਾ ਵੱਡਾ ਹਿੱਸਾ ਜਿਹੜਾ ਉਹ ਹਾਰਡ ਵਰਕ ਦੇ ਉੱਤੇ ਡਿਪੈਂਡ ਕਰਦਾ ਹੈ। ਵੱਡਾ 70-80 ਤੱਕ ਜੇ ਤੁਸੀਂ ਮਿਹਨਤੀ ਹੋ ਨਾ, ਜੇ ਲਗਨ ਹੈ ਤੇ ਯੂ ਵਿਲ ਬੀ ਸਕਸੈਸਫੁਲ। ਮਿਹਨਤ ਦੇ ਅੱਗੇ ਕੋਈ ਚੀਜ਼ ਨਹੀਂ ਰੁਕਦੀ। ਸੋ ਉਹ ਸ਼ਰਮ ਹੈ। ਧਿਆਨ ਕੀ ਕਰਹਿ ਵਿਭੂਤ। ਧਿਆਨ, ਮੈਡੀਟੇਸ਼ਨ, ਰਿਫਲੈਕਸ਼ਨ, ਕੰਟੈਂਪਲੇਸ਼ਨ। ਤੇ ਜਿਹੜਾ ਸਿੱਖੀ ਵਾਲਾ ਧਿਆਨ ਹੈ ਨਾ, ਇੱਕ ਤੇ ਹੁੰਦਾ ਵੀ ਬੈਠ ਕੇ ਧਿਆਨ ਕਰਨਾ, ਹੈ ਨਾ, ਉਹ ਅਸਲ ਵਿੱਚ ਇੱਕ ਲੈਸਨ ਹੁੰਦਾ ਜਾਂ ਇੱਕ ਉਹ ਲਰਨਿੰਗ ਸੈਸ਼ਨ ਹੈ ਸਾਡੇ ਲਈ। ਉਹ ਫਿਰ ਸਾਰੇ ਦਿਨ ਵਿੱਚ, ਦਿਨ ਰਾਤ ਵਿੱਚ ਕਿਵੇਂ ਢਲੇ, ਉਹਦੇ ਲਈ ਜਿਵੇਂ ਮੈਂ ਕਿਹਾ ਵੀ ਜਪਜੀ ਚੋਂ ਹਿੰਟ ਮਿਲਦੀ, ਪੰਚਾ ਕਾ ਗੁਰ ਏਕ ਧਿਆਨ, ਕਿ ਜੋ ਕੁਝ ਵੀ ਕਰਦੇ ਹੋ, ਜਿੱਥੇ ਵੀ ਹੋ, ਧਿਆਨ ਜਾਂ ਤੇ ਉਸ ਕੰਮ ਵਿੱਚ ਹੋਵੇ ਜਾਂ ਫਿਰ ਗੁਰੂ 'ਚ ਹੋਵੇ, ਨਾਮ ਵਿੱਚ ਹੋਵੇ ਨਾ। ਯਾਨੀ ਧਿਆਨ ਦਾ ਮਤਲਬ ਹੋ ਗਿਆ ਕੰਸਨਟ੍ਰੇਸ਼ਨ। ਇਹ ਧਿਆਨ ਨੂੰ ਸਿੰਪਲੀਫਾਈ ਕਰਕੇ ਦੇਖਣਾ ਹੋਵੇ, ਧਿਆਨ ਦਾ ਸਿੰਪਲ ਜਿਹਾ ਮੀਨਿੰਗ ਹੈ ਕੰਸਨਟ੍ਰੇਸ਼ਨ ਆਫ ਲਾਈਫ, ਆਫ ਮਾਈਂਡ। ਇਹ ਵੀ ਲਾਈਫ ਵਿੱਚ ਏਡਾ ਵੱਡਾ ਰੋਲ ਪਲੇ ਕਰਦੀ ਆ ਕਿ ਸ਼ਾਇਦ ਅਸੀਂ ਕਈ ਵਾਰ ਸੋਚਦੇ ਨਹੀਂ। ਕਿਸੇ ਵੀ ਚੀਜ਼ ਨੂੰ ਦੇਖ ਲਓ, ਕ੍ਰਿਕਟ ਪਲੇਅਰ, ਜੇ ਅੱਜ ਉਹਨੇ 100 ਰਨ ਬਣਾਏ ਨੇ, ਕਿਹੜੀ ਚੀਜ਼ ਨੇ ਪਲੇ ਕੀਤਾ ਉੱਥੇ? ਇੱਕ ਕਹਿਣੀ ਹੋਵੇ ਤੇ ਕੰਸਨਟ੍ਰੇਸ਼ਨ ਆਫ ਮਾਈਂਡ, ਕਿਉਂਕਿ ਉਹਦੀ ਬਾਡੀ ਦੀ ਪਾਵਰ ਜਿਹੜੀ ਉਹ ਤਾਂ ਉਨੀ, ਉਹ ਨਹੀਂ ਵੱਧਦੀ ਘੱਟ। ਅੱਜ ਉਹਦੀ ਫੁੱਲ ਕੰਸਨਟ੍ਰੇਸ਼ਨ ਸੀ, ਬਾਲ ਆਈ, ਉਹਨੂੰ ਮਾਰੀ ਗਿਆ। ਜਦੋਂ ਮਾੜੀ ਜੀ ਵੀ ਕੰਸਨਟ੍ਰੇਸ਼ਨ ਭੰਗ ਹੋ ਗਈ, ਆਊਟ। ਪੜ੍ਹਾਈ, ਐਗਜ਼ਾਮੀਨੇਸ਼ਨ ਅਸੀਂ ਪੜ੍ਹਦੇ, ਬੱਚੇ ਪੜ੍ਹਦੇ, ਸਾਡੇ ਚੋਂ ਕਿਹਦੇ ਨੰਬਰ ਜ਼ਿਆਦਾ ਆਉਂਦੇ ਨੇ? ਜਿਹਦੀ ਕੰਸਨਟ੍ਰੇਸ਼ਨ ਆਫ ਮਾਈਂਡ ਜ਼ਿਆਦਾ ਹੈ। ਸੋ ਅਸਲ ਵਿੱਚ ਕਿਹੜਾ ਬੰਦਾ ਜ਼ਿਆਦਾ ਲਾਈਫ ਵਿੱਚ ਸਟੇਬਲ ਆ, ਫੋਕਸਡ ਆ, ਉਹਦਾ ਮਨ ਡੋਲਦਾ ਨਹੀਂ, ਜਿਹਦੀ ਕੰਸਨਟ੍ਰੇਸ਼ਨ ਜ਼ਿਆਦਾ ਹੈ। ਸਿੰਪਲ ਸ਼ਬਦਾਂ ਦੇਖਣਾ ਹੋਵੇ। ਸੋ ਕੰਸਨਟ੍ਰੇਸ਼ਨ ਆਫ ਮਾਈਂਡ, ਫੋਕਸ ਆਫ ਮਾਈਂਡ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਥਿੰਗ। ਜਿਹਨੂੰ ਧਿਆਨ ਇੱਕ ਰਿਲੀਜੀਅਸ ਟਰਮ ਹੈ ਨਾ, ਉਹਦੇ ਨਾਲ ਸੇਕਰਡਨੈਸ ਜੁੜ ਗਈ। ਕਈ ਵਾਰ ਅਸੀਂ ਉਹਨੂੰ ਐਕਸਕਲੂਸਿਵ ਕਰਕੇ ਦੇਖ ਲਈਏ, ਪਰ ਮੈਂ ਸਿੰਪਲੀਫਾਈ ਕਰਕੇ ਤੁਹਾਨੂੰ ਦੱਸ ਰਿਹਾ, ਹੈ ਨਾ। ਪਾਠ ਵਿੱਚ ਵੀ ਕੰਸਨਟ੍ਰੇਸ਼ਨ, ਜਿਹੜਾ ਕੰਮ ਕਰਨਾ ਉਹਦੇ 'ਚ ਵੀ ਫੁੱਲ ਕੰਸਨਟ੍ਰੇਸ਼ਨ। ਇਹ ਸੋ ਇਹਦੀ ਅੱਗੇ ਪੰਕਤੀ, ਖਿੰਥਾ। ਕਾਲ ਮਾਨੇ ਹੁੰਦਾ ਸਮਾਂ, ਵੈਲਿਊ ਆਫ ਟਾਈਮ। ਅਸੀਂ ਲੋਕ ਪੰਜਾਬੀ, ਸਿੱਖ, ਇੰਡੀਅਨ ਥੋੜ੍ਹੇ ਟਾਈਮ ਦੇ ਨਾ ਬੇਪਰਵਾਹ ਹਾਂ। ਅਸੀਂ ਟਾਈਮ ਦੀ ਰਿਸਪੈਕਟ ਨਹੀਂ ਕਰਦੇ, ਵੈਲਿਊ ਨਹੀਂ ਕਰਦੇ। ਤੇ ਕਹਿੰਦੇ ਨੇ ਵੀ ਸਭ ਤੋਂ ਇੰਪੋਰਟੈਂਟ ਚੀਜ਼, ਵੈਸੇ ਲੋਕ ਕਹਿੰਦੇ ਹੈਲਥ ਆ, ਫਿਰ ਵੈਲਥ ਆ, ਪਰ ਸਿਆਣੇ ਕਹਿੰਦੇ ਵੀ ਇਦੋਂ ਵੀ ਇੰਪੋਰਟੈਂਟ ਆ ਟਾਈਮ, ਕਿਉਂਕਿ ਹੈਲਥ ਗਈ ਕਈ ਵਾਰ ਵਾਪਸ ਆ ਜਾਂਦੀ ਹੈ, ਪਰ ਟਾਈਮ ਜਿਹੜਾ ਨਿਕਲ ਗਿਆ ਉਹ ਵਾਪਸ ਨਹੀਂ ਆਉਂਦਾ। ਲਾਈਫ ਦਾ ਜਿਹੜਾ ਪਾਰਟ ਨਿਕਲ ਗਿਆ ਨਾ, ਉਹਨੇ ਵਾਪਸ ਨਹੀਂ ਆਉਣਾ। ਸੋ ਉਹ ਟਾਈਮ ਦੀ ਗੱਲ ਗੁਰੂ ਸਾਹਿਬ ਕਰ ਗਏ।
ਫਿਰ ਇਹਦੇ 'ਚ ਆਉਂਦਾ ਡੰਡਾ ਜੁਗਤ, ਡੰਡਾ ਪ੍ਰਤੀਤ। ਪ੍ਰਤੀਤ ਬੜਾ ਪਿਆਰਾ ਸ਼ਬਦ ਹੈ। ਪ੍ਰਤੀਤ ਹੁੰਦਾ ਭਰੋਸਾ, ਜਿਹਨੂੰ ਟੋਲਸਟੋਏ ਕਹਿੰਦਾ ਹੈ ਕਿ ਫੇਥ ਇਜ਼ ਨੋਟ ਫੇਥ ਬਟ ਫੇਥਫੁਲਨੈਸ। ਕਿ ਭਰੋਸੇ ਦਾ ਇਹ ਮਤਲਬ ਨਹੀਂ ਵੀ ਹਾਂ ਜੀ ਭਰੋਸਾ ਹੈ ਮੈਨੂੰ, ਹੈ ਨਾ ਜੀ, ਮੱਥਾ ਟੇਕ ਆਏ, ਅਰਦਾਸ ਕਰ ਆਏ, ਪਰ ਘਰ ਆ ਕੇ ਫਿਰ ਮਨ ਡੋਲ ਗਿਆ। ਕਹਿੰਦਾ ਇਹ ਨਹੀਂ ਭਰੋਸਾ। ਭਰੋਸੇ ਦਾ ਮਤਲਬ ਫਿਰ ਪੂਰਾ ਹੀ ਭਰੋਸਾ। ਜੇ ਮੱਥਾ ਟੇਕਦਾ ਤਾਂ ਫਿਰ ਟੇਕ ਹੀ ਦਿੱਤਾ, ਫਿਰ ਹੋਰ ਨਹੀਂ ਕਿਤੇ। ਸੋ ਦੈਟ ਸੌਰਟ ਆਫ ਕਨਵਿਕਸ਼ਨ, ਦੈਟ ਸੌਰਟ ਆਫ ਫੇਥ, ਡਿਟਰਮੀਨੇਸ਼ਨ, ਇਹ ਗੁਣ ਆ ਲਾਈਫ। ਇਹ ਰਤਨ ਜਵਾਹਰ ਮਾਨਕ ਦੀ। ਅੱਗੇ ਚੱਲਦੇ ਹਾਂ ਜੀ। ਜਪਜੀ ਸਾਹਿਬ ਵਿੱਚ ਨਾ 5 ਖੰਡਾਂ ਦਾ ਜ਼ਿਕਰ ਆਉਂਦਾ। ਕਮਾਲ ਦੀ ਗੱਲ ਹੈ ਕਿ 5 ਖੰਡ ਜਿਹੜੇ ਨੇ ਉਹਨਾਂ ਦੇ ਨਾਮ ਦੇਖੋ, ਉੱਥੇ 1 2 3 ਵੀ ਹੋ ਸਕਦਾ ਸੀ, ਪਹਿਲਾ ਦੂਜਾ ਤੀਜਾ ਵੀ ਹੋ ਸਕਦਾ ਸੀ, ਪਰ ਗੁਰੂ ਸਾਹਿਬ ਨੇ ਉਹਨਾਂ ਦੇ ਨਾਂ ਹੀ ਕੀ ਰੱਖੇ ਨੇ, ਉਹ ਰਤਨ ਜਵਾਹਰ ਮਾਨਕਾਂ ਦੇ ਵਿੱਚ, ਜਿਨ੍ਹਾਂ ਦਾ ਆਪਾਂ ਜ਼ਿਕਰ ਕਰਕੇ ਆਏ। ਤੁਸੀਂ ਦੇਖੋ ਕਿ ਕੁਝ ਰਿਪੀਟ ਹੋ ਰਹੇ ਨੇ। ਪਹਿਲਾ ਹੀ ਹੈ ਧਰਮ, ਧਰਮ ਖੰਡ। ਦੂਜਾ ਕੀ ਹੈ, ਗਿਆਨ ਖੰਡ। ਗਿਆਨ ਕਿੰਨੀ ਵਾਰ ਆ ਗਿਆ, ਨੋਟ ਕਰ ਲਓ। ਅਗਲਾ ਹੈ ਸ਼ਰਮ ਖੰਡ, ਹੁਣੇ ਸ਼ਰਮ ਆਇਆ ਸੀ, 2 ਵਾਰ ਆ ਗਿਆ। ਅਗਲਾ ਹੈ ਕਰਮ ਖੰਡ। ਕਰਮ ਐਰੇਬਿਕ ਵਿੱਚੋਂ ਜਦੋਂ ਆਉਂਦਾ ਤਾਂ ਉਹਦਾ ਅਰਥ ਹੁੰਦਾ ਗ੍ਰੇਸ। ਜਦੋਂ ਸੰਸਕ੍ਰਿਤ ਰੂਟ ਦਾ ਸ਼ਬਦ ਹੁੰਦਾ ਉਹਦਾ ਅਰਥ ਹੁੰਦਾ ਕਰਮ ਕਰਨਾ, ਐਕਸ਼ਨ, ਡੀਡਸ। ਭਾਈ ਸਾਹਿਬ ਹੁਣੇ ਕਹਿ ਰਹੇ ਸੀ ਵੀ ਪਾਠ ਦੀ ਜਿਹੜੀ ਦਾਤ ਹੈ, ਨਾਮ ਦੀ ਦਾਤ ਹੈ, ਵੀ ਗੁਰੂ ਦੀ ਕਿਰਪਾ ਨਾਲ ਮਿਲਦੀ ਹੈ। ਬਿਲਕੁਲ। ਸੋ ਇੱਥੇ ਵੀ ਉਹ ਗ੍ਰੇਸ ਹੈ ਨਾ, ਅਤੇ ਉਸ ਗ੍ਰੇਸ ਨੂੰ ਰਿਸੀਵ ਕਰਨ ਲਈ, ਉਹ ਗ੍ਰੇਸ ਨੂੰ ਸਾਨੂੰ ਮਿਲੇ, ਉਹਦੇ ਲਈ ਸਾਡੇ ਮਨ ਦੀਆਂ ਝੋਲੀਆਂ ਅੱਡੀਆਂ ਹੋਣੀਆਂ ਚਾਹੀਦੀਆਂ ਨੇ। ਗੁਰੂ ਪਾਤਸ਼ਾਹ ਅੱਗੇ ਅਰਦਾਸ ਅਸੀਂ ਰੋਜ਼ ਕਰਦੇ ਹੀ ਹਾਂ, ਕਰਨੀ ਚਾਹੀਦੀ ਵੀ ਸੱਚੇ ਪਾਤਸ਼ਾਹ ਸਾਡੇ 'ਤੇ ਮਿਹਰ ਕਰ, ਸਾਨੂੰ ਨਾਮ ਦੀ ਦਾਤ ਦੇ, ਸਾਨੂੰ ਇਹ ਬਾਣੀ ਨਾਲ ਪ੍ਰੇਮ ਦੀ ਦਾਤ ਦੇ, ਸਾਨੂੰ ਇਹ ਬਾਣੀ ਪੜ੍ਹਨ ਦਾ ਉਦਮ, ਚਾਅ, ਉਤਸ਼ਾਹ ਬਖਸ਼। ਉੱਥੋਂ ਉਹਦੀ ਕਿਰਪਾ 'ਚੋਂ ਇਹ ਦਾਤ ਪ੍ਰਾਪਤ ਹੁੰਦੀ। ਅਗਲਾ ਜੀ ਸੱਚਖੰਡ, ਜਿਹੜਾ ਆਪਾਂ 7 ਸੰਤੋਖ ਕਿਹਾ ਸੀ। ਸੋ 5 ਖੰਡਾਂ ਨੇ, 5 ਰੈਲਮਸ ਨੇ, ਫੇਜਸ ਕਹਿ ਲਓ ਇਹਨਾਂ ਨੂੰ, ਉਹਨਾਂ ਦੇ ਨਾਮ ਹੀ ਬੇਸਡ ਔਨ 5 ਐਟਰੀਬਿਊਟਸ ਆਫ ਵਰਚੂਸ। ਅੱਗੇ ਚੱਲਦੇ ਹਾਂ ਜੀ ਥੋੜਾ ਜਿਹਾ। ਆਖਰੀ ਜਿਹੜੀ ਪੌੜੀ ਹੈ ਨਾ ਜਪਜੀ ਸਾਹਿਬ ਦੀ, ਜਪਜੀ ਸਾਹਿਬ ਵਿੱਚ ਮੂਲ ਮੰਤਰ ਹੈ ਸ਼ੁਰੂ ਦੇ ਵਿੱਚ, ਫਿਰ ਇੱਕ ਸ਼ਲੋਕ ਹੈ ਆਦਿ ਸੱਚ ਜੁਗਾਦ ਸੱਚ, ਫਿਰ 38 ਪੌੜੀਆਂ ਨੇ, ਤੇ ਜਿਹੜੀ ਲਾਸਟ ਪੌੜੀ ਹੈ ਉਹ ਸਾਰੇ ਜਪਜੀ ਸਾਹਿਬ ਨੂੰ ਸਮਅਪ ਕਰਦੀ, ਸਮਰੀ ਪੇਸ਼ ਕਰ ਰਹੀ ਹੈ। ਅੱਗੇ ਫਿਰ ਸ਼ਲੋਕ ਹੈ ਪਵਨ ਗੁਰੂ। ਉਹ ਪੌੜੀ ਵੀ ਬੜੀ ਕਮਾਲ ਦੀ ਹੈ, ਘਰ ਜਾ ਕੇ ਫਿਰ ਰਿਫਲੈਕਟ ਕਰਿਓ। ਮੈਂ ਸਿਰਫ ਪੁਆਇੰਟਰਸ ਦੇ ਰਿਹਾ ਤੁਹਾਨੂੰ, ਹੈ ਨਾ, ਤਾਂ ਕਿ ਤੁਸੀਂ ਕੱਲ੍ਹ ਨੂੰ ਜਦੋਂ ਜਪਜੀ ਸਾਹਿਬ ਦਾ ਪਾਠ ਕਰੋ ਤੇ ਲਾਈਨਾਂ ਨੋਟ ਕਰ ਲਿਓ ਵੀ ਬਾਰ-ਬਾਰ ਉੱਥੋਂ ਵੇਖੋ, ਕੋਈ ਪੰਕਤੀ ਬਾਹਰੋਂ ਨਹੀਂ ਮੈਂ ਰਿਪੀਟ ਕੀਤੀ, ਇੱਕ ਅੱਧੀ ਨੂੰ ਛੱਡ ਕੇ, ਹੈ ਨਾ, ਜਿਹੜੀਆਂ ਸੈਕੰਡਰੀ ਬਿਨਾਂ ਸੰਤੋਖ ਵਾਲੀ ਤੇ ਸਭ ਜਪਜੀ ਸਾਹਿਬ ਵਿੱਚੋਂ। ਸੋ 38 ਪੌੜੀ ਵਿੱਚ ਹੈ ਜੀ, ਉਹਦੇ 'ਚ ਗੁਣਾਂ ਦੀ ਗੁਰੂ ਸਾਹਿਬ ਨੇ ਲਿਸਟ ਹੀ ਦੇ ਦਿੱਤੀ। ਪਹਿਲਾ ਹੀ ਹੈ ਜਤ ਪਹਾਰਾ। ਜਤ ਤੇ ਸਤ ਦੋਵੇਂ ਭਰਾ ਹੀ ਨੇ। ਸਤ ਹੁੰਦਾ ਟਰੂਥਫੁਲ ਕੰਡਕਟ, ਜਤ ਹੋ ਗਿਆ ਵੀ ਜਿਵੇਂ ਕੈਰੈਕਟਰ ਦਾ ਚੰਗਾ ਹੋਣਾ, ਹੈ ਨਾ, ਹਾਈ ਕੈਰੈਕਟਰ ਜਿਹਨੂੰ ਆਪਾਂ ਕਹੀਏ। ਜਤੀ ਸਤੀ ਕਹਿੰਦੇ ਵੀ ਜਤੀ ਸਤੀ ਬੰਦਾ ਜੀ, ਇਹਦੇ ਤੇ ਤੁਸੀਂ ਟਰਸਟ ਕਰ ਸਕਦੇ ਹੋ। ਫਿਰ ਹੈ ਜੀ ਅੱਗੇ ਧੀਰਜ, ਪਹਿਲੀ ਵਾਰ ਆ ਰਿਹਾ ਪੇਸ਼ੈਂਸ। ਹੁਣ ਪੇਸ਼ੈਂਸ ਦਾ ਆਪਣੀ ਲਾਈਫ ਦੇ ਵਿੱਚ ਕਿੰਨਾ ਵੱਡਾ ਰੋਲ ਹੈ, ਇਹ ਤੁਸੀਂ ਗੂਗਲ ਕਰਕੇ ਦੇਖ ਲਿਓ ਜਾਂ ਬਾਕੀ ਪੜ੍ਹ ਕੇ ਦੇਖ ਲਿਓ, ਐਕਸਪਲੇਨ ਕਰਨ ਦਾ ਸਮਾਂ ਨਹੀਂ। ਮਤਲਬ ਪੇਸ਼ੈਂਸ ਹੀ ਅੱਧਿਓਂ ਜ਼ਿਆਦਾ ਤੁਹਾਡੀਆਂ ਪ੍ਰੋਬਲਮਸ ਨੂੰ ਆਟੋਮੈਟਿਕ ਸੋਲਵ ਕਰ ਦਿੰਦਾ, ਸਿਰਫ ਪੇਸ਼ੈਂਸ। ਜੇ ਕਿਸੇ ਦੂਜੇ ਨੇ ਟੈਂਪਰ ਲੂਜ਼ ਕਰ ਲਿਆ, ਕੁਛ ਕਹਿ ਦਿੱਤਾ, ਉਸ ਵੇਲੇ ਜੇ ਤੁਸੀਂ ਸਿਰਫ ਪੇਸ਼ੈਂਸ ਹੀ ਰੱਖ ਲਿਆ ਨਾ, ਤੇ 1 ਘੰਟੇ 2 ਘੰਟੇ ਜਾਂ ਅੱਧੇ ਦਿਨ ਬਾਅਦ ਜਾਂ ਅਗਲੇ ਦਿਨ ਯੂ ਵਿਲ ਸੀ ਐਵਰੀਥਿੰਗ ਇਜ਼ ਨਾਰਮਲ, ਆਲ ਗੁੱਡ। ਸਿਰਫ ਪੇਸ਼ੈਂਸ। ਅੱਗੇ ਚੱਲਦੇ ਹਾਂ ਅਹਰਣ ਮਤ। ਵੇਦ, ਵੇਦ ਦਾ ਲਿਟਰਲ ਅਰਥ ਹੁੰਦਾ ਗਿਆਨ, ਵਿਜ਼ਡਮ। ਵੇਖੋ ਫਿਰ ਕਿੰਨੀ ਵਾਰ ਆ ਰਿਹਾ ਸ਼ਬਦ ਗਿਆਨ। ਅੱਗੇ ਭਉ, ਭਉ ਹੈ ਰੱਬ ਦਾ ਡਰ, ਤੇ ਗੁਰਬਾਣੀ ਇਹ ਕਹਿੰਦੀ ਜਿਨ ਮਨ ਭਉ ਤਿਨਾ ਮਨ ਭਉ। ਫਿਰ ਕਮਾਲ ਦੀਆਂ ਗੱਲਾਂ ਨੇ ਵੀ ਜਿੱਥੇ ਰੱਬ ਦਾ ਡਰ ਨਹੀਂ ਨਾ, ਉੱਥੇ ਅਸਲ ਵਿੱਚ ਰੱਬ ਦਾ ਪਿਆਰ ਵੀ ਨਹੀਂ ਹੋ ਸਕਦਾ। ਅਸਲ ਪਿਆਰ ਹੈ ਕਿ ਰੱਬ ਦਾ ਡਰ ਮੰਨਦਾ ਹੋਵੇ, ਕਿਉਂਕਿ ਬੰਦਿਆਂ ਤੋਂ ਅਸੀਂ ਡਰਦੇ ਨਹੀਂ, ਹੋਰ ਕਿਸੇ ਤੋਂ ਵੀ ਨਹੀਂ ਡਰਦੇ, ਮਜਬੂਰੀ 'ਚ ਡਰਦੇ ਹਾਂ, ਪਰ ਆਟੋਮੈਟਿਕ ਹੀ ਤੁਹਾਡੇ ਅੰਦਰ ਇੱਕ ਰੱਬ ਦਾ ਅਹਿਸਾਸ ਇਹ ਹੋਵੇ, ਹੈ ਨਾ। ਤੇ ਉਹਦੇ ਲਈ ਕਹਿੰਦੇ ਵੀ ਉਹਨੂੰ ਇਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਵੀ ਤੁਸੀਂ, ਤੁਹਾਨੂੰ ਜਦੋਂ ਕੋਈ ਨਹੀਂ ਵੇਖ ਰਿਹਾ, ਇਕੱਲੇ ਹੋ, ਉੱਥੇ ਵੀ ਤੁਸੀਂ ਉਹੀ ਕੰਮ ਕਰੋ ਜਿਹੜਾ ਤੁਸੀਂ ਉਦੋਂ ਕਰਨਾ ਹੈ ਜਦੋਂ ਤੁਹਾਨੂੰ ਦੂਜੇ ਵੇਖ ਰਹੇ ਹੋ। ਜੇ ਇਹ ਸਟੇਟ ਆਫ ਮਾਈਂਡ ਬਣ ਗਈ ਤੇ ਇਹ ਹੁੰਦਾ ਰੱਬ ਦਾ ਭਾਵ, ਉੱਥੇ ਅਸਲ ਪਿਆਰ ਪੈਦਾ ਹੋਏਗਾ। ਅੱਗੇ ਕਹਿੰਦੇ ਅਗਨ ਤਪ ਤਾਓ, ਤਪ ਤਾਉਣਾ, ਤਪ ਵੀ ਮਿਹਨਤ ਹੁੰਦੀ,
ਹਾਰਡ ਵਰਕ ਕੀਤਾ ਪੀ। ਫਿਰ ਆਉਂਦਾ ਜੀ ਭਾਂਡਾ ਪਾਓ। ਪਾਓ ਕਿੰਨੀ ਵਾਰ ਆ ਗਿਆ ਜੀ? ਚੌਥੀ ਵਾਰ। ਤੇ ਇੱਥੇ ਤੇ ਕਮਾਲ ਹੀ ਕਰਤੀ ਗੁਰੂ ਸਾਹਿਬ। ਉਹ ਕਹਿੰਦੇ ਭਾਂਡਾ ਕਾਹਦਾ ਬਣਾਓ ਜੀ? ਇੱਕ ਤਾਂ ਹੁੰਦਾ ਨਾ ਭਾਂਡਾ ਬਣਾਓ ਤੇ ਉਹਦੇ ਵਿੱਚ ਪ੍ਰੇਮ ਪਾਓ, ਇੱਥੇ ਕਹਿੰਦੇ ਭਾਂਡਾ ਹੀ ਪ੍ਰੇਮ ਦਾ ਬਣਾ ਲਓ। ਸੋ ਇਹ ਹੁਣ ਜਿੰਨੀਆਂ ਪੰਕਤੀਆਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ, ਇਹਨਾਂ ਤੁਸੀਂ ਜਾ ਕੇ ਆਪਣੀਆਂ ਨੋਟਸ ਬੁੱਕਸ ਨੋਟ ਕੀਤਾ, ਉੱਥੇ ਵੀ ਦੇਖ ਸਕਦੇ ਹੋ। ਸੋ ਮੇਰੇ ਕੋਲ ਜੋ ਮੈਂ ਦੇਖਿਆ ਉਹਦੇ 'ਚੋਂ ਦੇਖੋ, ਸੱਤ, ਜਤ, ਭਉ, ਧੀਰਜ, ਪ੍ਰਤੀਤ, ਫੇਥਫੁਲਨੈਸ, ਇਹ ਇੱਕ ਵਾਰ ਇਹਨਾਂ ਦਾ ਜ਼ਿਕਰ ਹੋਇਆ। ਫਿਰ ਅਸੀਂ ਦੇਖਦੇ ਹਾਂ ਦਇਆ ਤੇ ਧਿਆਨ, ਇਹ 2 ਵਾਰ ਆਏ। ਇਸ ਗਿਣਤੀ ਤੋਂ ਇਹ ਨਹੀਂ ਅਰਥ ਕੱਢਣਾ ਵੀ ਇਹ ਜ਼ਿਆਦਾ ਇੰਪੋਰਟੈਂਟ ਨੇ ਜਾਂ ਦੂਜੇ ਘੱਟ ਨੇ, ਰਾਈਟ। ਇਹਨੂੰ ਇੱਦਾਂ ਦੇਖ ਸਕਦੇ ਹਾਂ ਵੀ ਸੱਚੇ ਪਾਤਸ਼ਾਹ ਗੁਰੂ ਸਾਹਿਬ ਜਿਹੜੇ ਨੇ ਉਹ ਸਾਡੀ ਹਿਊਮਨ ਬੀਇੰਗਸ ਦੀ ਸਟੇਟ ਆਫ ਮਾਈਂਡ ਨੂੰ ਜਾਣਦੇ ਨੇ ਵੀ ਸਾਨੂੰ ਕਿਸ ਗੁਣ ਦੀ ਕਿੰਨੀ ਕੁ ਲੋੜ ਹੈ। ਸੋ ਇਸ ਹਿਸਾਬ ਨਾਲ ਵੇਖ ਲਓ, ਹੈ ਨਾ। ਸੋ ਸਾਰੇ ਇੰਪੋਰਟੈਂਟ ਨੇ ਆਪੋ ਆਪਣੀ ਜਗ੍ਹਾ 'ਤੇ, ਪਰ ਜਸਟ ਜਿਵੇਂ ਕਈ ਵਾਰ ਉਹਨੂੰ ਕਨੈਕਟ ਕਰਨਾ ਹੋਵੇ ਨਾ ਚੰਗੀ ਤਰ੍ਹਾਂ ਸਮਝਣ ਲਈ, ਤਾਂ ਨੰਬਰਸ ਤੋਂ ਥੋੜ੍ਹਾ ਹੋਰ ਆਈਡੀਆ ਲੱਗ ਜਾਂਦਾ ਵੀ ਹਿਊਮਨ ਬੀਇੰਗਸ ਨੂੰ ਸਾਨੂੰ ਕਿਹੜੇ ਗੁਣ ਦੀ ਕਿੰਨੀ ਕੁ ਲੋੜ ਹੈ। ਫਿਰ ਅੱਗੇ ਚੱਲਦੇ ਹਾਂ ਜੀ, ਧਰਮ ਤੇ ਸੰਤੋਖ, ਇਹ 3 ਵਾਰ ਆਇਆ। ਤੇ ਭਾਓ ਸ਼ਬਦ ਜਿਹੜਾ ਤੇ ਵਿਜ਼ਡਮ, ਗਿਆਨ, ਇਹ ਦੋਵੇਂ 4 ਵਾਰ ਆਏ। ਇਹ ਵੀ ਬੜੀ ਕਮਾਲ ਦੀ ਗੱਲ ਜੇ। ਕੁਝ ਲੋਕ ਨਾ ਸਾਡੇ ਅੱਜ ਕੱਲ੍ਹ ਸੋਚਦੇ ਹਰ ਗੁਰਬਾਣੀ ਨੂੰ, ਸ਼ਬਦ ਨੂੰ ਉਹ ਰੈਸ਼ਨਲੀ ਸਮਝਣ ਦੀ ਕੋਸ਼ਿਸ਼ ਕਰਦੇ ਵੀ ਗਿਆਨ ਹੀ ਸਾਰਾ ਕੁਝ ਉਹਦੇ ਆਪੋਜ਼ਿਟ ਜਿਹੜੇ ਨੇ ਉਹ ਸਿਰਫ ਹਰ ਗੱਲ ਨੂੰ ਭਾਵਨਾ ਦੇ ਵਿੱਚ ਹੀ ਲੈ ਜਾਂਦੇ। ਪਰ ਇੱਥੋਂ ਇੱਕ ਇਹ ਵੀ ਸੇਧ ਮਿਲਦੀ ਹੈ ਵੀ ਗੁਰੂ ਸਾਹਿਬ ਨੇ 4 ਵਾਰਾਂ ਹੀ ਭਾਓ ਸ਼ਬਦ ਵਰਤਿਆ, 4 ਵਾਰਾਂ ਹੀ ਵਿਜ਼ਡਮ, ਗਿਆਨ ਵਰਤਿਆ। ਵੀ ਦੋਵਾਂ ਦਾ ਬੈਲੈਂਸ ਉਹ ਇੱਕ ਆਈਡੀਅਲ ਸਿਚੁਏਸ਼ਨ ਹੈ, ਜਿੱਥੇ ਅੰਦਰ ਪ੍ਰੇਮ ਵੀ ਉਛਾਲੇ ਮਾਰਦਾ ਹੋਵੇ, ਭਾਵਨਾ ਵੀ ਪੂਰੀ ਹੋਵੇ, ਸ਼ਰਧਾ ਵੀ ਪੂਰੀ ਹੋਵੇ, ਤੇ ਗਿਆਨ ਦਾ ਦੀਪਕ ਵੀ ਜਲਦਾ ਹੋਵੇ। ਗੁਰੂ ਦੀ ਵਿਜ਼ਡਮ, ਗੁਰੂ ਦੀ ਬਾਤ, ਗੁਰੂ ਦੀ ਬਾਣੀ, ਗੁਰੂ ਦੀ ਸੋਝੀ ਸਾਡੇ ਅੰਦਰ ਬਾਹਰ, ਸਾਡੇ ਬਿਹੇਵੀਅਰ 'ਚੋਂ, ਸਾਡੀ ਐਕਸ਼ਨਸ ਤੋਂ ਜਿਹੜੀ ਆ ਉਹ ਚੱਲਦੀ ਹੈ। ਸੋ ਇਹ ਜੋ ਕੁਛ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ, ਇਹਨਾਂ ਹੁਣ ਸਾਰੀਆਂ ਚੀਜ਼ਾਂ ਨੂੰ ਨੋਟ ਕਰ ਲਓ, ਗੁਣਾਂ ਨੂੰ ਵੇਖ ਲਓ ਕਿਹੜੇ ਕਿੰਨੀ ਵਾਰ ਆਏ ਨੇ, ਇਹਨਾਂ ਨੂੰ ਹੁਣ ਉਧਰ ਰਿਲੇਟ ਕਰੋ। ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇਹਨਾਂ ਨੂੰ ਆਪਣੇ ਸਾਹਮਣੇ ਰੱਖ ਕੇ ਦੇਖੋ ਕਿ ਕੀ ਜੇ ਗੁਣ ਮੇਰੇ ਵਿੱਚ ਹੋਣ ਜਾਂ ਕਿਸੇ ਬੰਦੇ 'ਚ ਹੋਣ ਤੇ ਉਹ ਹੁਕਮ ਰਜਾਈ ਚੱਲੇਗਾ ਕਿ ਨਹੀਂ। ਆਟੋਮੈਟਿਕ ਹੀ ਹੁਕਮ ਰਜਾਈ ਹੋ ਗਿਆ। ਐਂਡ ਅੰਟਿਲ ਯੂ ਹੈਵ ਥੀਸ ਥਿੰਗਸ, ਹੁਕਮ ਰਜਾਈ ਨਹੀਂ ਚੱਲਿਆ ਜਾ ਸਕਦਾ। ਦੂਜੇ ਪਾਸੇ ਵੇਖੋ ਵੀ ਕੀ ਹੈ, ਜੇ ਗੁਣ ਸਾਡੇ 'ਚ ਹੋਣ ਤੇ ਅਸੀਂ ਸਚਿਆਰ ਬਣ ਗਏ ਕਿ ਨਹੀਂ। ਆਟੋਮੈਟਿਕ ਹੀ ਬਣ ਗਏ। ਕੂੜ ਕੀ ਪਾਲ ਦੂਰ ਹੋ ਗਈ ਕਿ ਨਹੀਂ, ਹੋ ਗਈ। ਮਨ 'ਚ ਟਿਕਾਓ ਆ ਗਿਆ ਕਿ ਨਹੀਂ, ਆ ਗਿਆ। ਅਬ ਇਮੇਜਿਨ ਕਰਕੇ ਦੇਖੋ ਆਪਣੇ ਸਾਹਮਣੇ ਰੱਖ, ਇਹਨਾਂ ਦੀ ਨਾ ਲਿਸਟ ਬਣਾ ਕੇ ਆਪਣੇ ਬੈਡਰੂਮ ਤੇ ਲਿਖ ਕੇ ਰੱਖ ਸਕਦੇ। ਇਹ ਚੀਜ਼ਾਂ ਕਿਸੇ ਹੋਰ ਵੱਲ ਨਹੀਂ ਵੇਖਣ ਦੀ ਲੋੜ ਵੀ ਉਹਦੇ ਅੰਦਰ ਹੋਣ ਕਿ ਨਾ ਹੋਣ, ਮੇਰੇ ਅੰਦਰ ਹੋਣੀਆਂ ਚਾਹੀਦੀਆਂ। ਰੋਜ਼ ਅਸੈਸ ਕਰੋ, ਫਿਰ ਉਹਨਾਂ ਕੋਈ ਉਹਦੇ 'ਚ ਵਾਧਾ ਹੋ ਰਿਹਾ। ਆਈ ਮੀਨ ਜਸਟ ਇਮੈਜਿਨ ਵੀ ਇਹ ਚੀਜ਼ਾਂ ਜੇ ਬੰਦੇ ਸਾਡੇ 'ਚ ਹੋ ਜਾਣ, ਵੇਖੋ ਸਚਿਆਰਤਾ ਵੀ ਆ ਗਈ, ਸ਼ਾਂਤੀ ਵੀ ਆ ਗਈ, ਅਡੋਲਤਾ ਵੀ ਆ ਗਈ, ਸਾਰਾ ਕੁਝ ਹੀ ਆ ਗਿਆ। ਇਸੇ ਨੂੰ ਮੈਂ ਸਮਝਦਾ ਵੀ ਜਿਹੜਾ ਆਖਰੀ ਪੰਕਤੀ ਸ਼ਲੋਕ ਦੀ ਕਰਕੇ ਸਮਾਪਤੀ ਹੈ, ਜਿਨਹੀ ਨਾਮ ਧਿਆਇਆ। ਨਾਮ ਨੂੰ ਧਿਆਇਆ ਆਉਂਦਾ, ਧਿਆਨ ਵਿੱਚ ਲੈ ਆਉਣਾ। ਨਾਮ ਇੱਕ ਤੇ ਮੂੰਹ ਤੋਂ ਬੋਲੀਦਾ ਹੈ, ਫਿਰ ਉਹਨੂੰ ਜਪੀਦਾ ਹੈ, ਫਿਰ ਉਹਨੂੰ ਸਿਮਰਤੀ ਵਿੱਚ ਲਿਆਈਦਾ ਹੈ। ਇੱਕ ਹੈ ਵੀ ਤੁਹਾਡੇ ਧਿਆਨ ਦਾ ਪਾਰਟ ਹੀ ਬਣ ਜਾਏਗਾ, ਧਿਆਨ ਦਾ ਹਿੱਸਾ ਬਣ ਜਾਏ, ਜਿੱਥੇ ਹਰ ਵੇਲੇ ਤੁਹਾਡੇ ਧਿਆਨ ਵਿੱਚ ਨਾਮ, ਇਹ ਗੁਣ ਜਿਹੜੇ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ, ਇਹ ਵਸ ਜਾਣ। ਸੋ ਜਿੰਨੀ ਮੈਂ ਸਮਝਦਾ ਵੀ ਇਹ ਜੋ ਰਤਨ ਜਵਾਹਰ ਮਾਣਕਾਂ ਦੀ ਆਪਾਂ ਗੱਲ ਕੀਤੀ ਹੈ, ਉਹ ਸਾਰੇ ਇਕੱਠੇ ਹੋ ਕੇ ਇਹ ਨਾਮ ਦੇ ਕਨਸਟੀਟਿਊਐਂਟਸ ਬਣਦੇ ਹਨ, ਇਹ ਨਾਮ ਦੇ ਐਲੀਮੈਂਟਸ ਨੇ। ਤੇ ਜੇ ਇਹ ਕੁਝ ਸਾਰਾ ਸਾਡੇ ਧਿਆਨ ਵਿੱਚ ਆ ਜਾਏ, ਜਿਨਹੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਇਹਦੇ ਲਈ ਜਿਨ੍ਹਾਂ ਨੇ ਮਸ਼ੱਕਤ ਕੀਤੀ, ਇਹਦਾ ਮਤਲਬ ਵੀ ਇਹ ਏਡੇ ਸੌਖਾ ਵੀ ਨਹੀਂ ਕੰਮ ਨਾ, ਇਹ ਲਾਈਫ ਲੌਂਗ ਪ੍ਰੋਸੈਸ ਹੈ। ਸਲੋਲੀ ਸਟਡੀਲੀ ਇਹਦੇ 'ਤੇ ਵਰਕ ਕਰਨਾ ਆ, ਹੈ ਨਾ। ਕਿਸੇ ਹੋਰ ਲਈ ਨਹੀਂ ਕਰਨਾ, ਆਪਣੇ ਲਈ ਕਰਨਾ। ਜਿੰਨਾ ਕੁ ਕਰ ਲੋਗੇ ਓਨੀ ਲਾਈਫ ਇਮੀਡੀਏਟਲੀ ਸੌਖੀ ਹੋ ਜਾਏਗੀ। ਬੜਾ ਸਿੰਪਲ ਜਿਹਾ ਤਰੀਕਾ ਮੈਂ ਦੱਸਦਾ, ਕਿਸੇ ਵੱਲ ਵੇਖਣ ਦੀ ਲੋੜ ਨਹੀਂ, ਕੋਈ ਕੀ ਆਂਦਾ ਹੈ ਨਾ ਬਹੁਤਾ ਪੁੱਛਣ ਦੱਸਣ ਦੀ ਲੋੜ। ਇਹਨਾਂ ਨੂੰ ਜਿੰਨਾ ਆਪਣੀ ਲਾਈਫ 'ਚ ਆਪਾਂ ਲੈਵਾਂਗੇ ਇੰਡੀਵਿਜੂਅਲੀ, ਇਨਕਲੂਡਿੰਗ ਮੀ,
ਓਨੀ ਹੀ ਉਸ ਦੀ ਲਾਈਫ ਸੌਖੀ, ਸਹਿਜ, ਸਰਲ, ਪੀਸਫੁਲ, ਕੰਟੈਂਟਡ, ਬਲਿਸਫੁਲ ਹੁੰਦੀ ਜਾਏਗੀ। ਤੇ ਤੁਸੀਂ ਵੇਖੋਗੇ ਇੱਥੇ ਜੀਵਨ ਦਾ ਜਿਹੜਾ ਆਨੰਦ ਆ ਉਹ ਆਉਂਦਾ ਜਾਵੇ। ਤਾਂ ਹੀ ਗੁਰੂ ਪਾਤਸ਼ਾਹ ਕਹਿੰਦੇ ਨੇ, ਨਾਨਕ ਤੇ ਮੁਖ ਉਜਲੇ ਤੇ ਕੀਤੀ ਛੁੱਟੀ। ਉਹ ਕਹਿੰਦੇ ਇੱਥੇ ਉਹਦਾ ਆਪਣਾ ਤਾਂ ਹੋਏਗਾ ਹੀ ਹੋਏਗਾ, ਉਹ ਹੋਰ ਵੀ ਕਈਆਂ ਨੂੰ ਆਪਣੇ ਨਾਲ ਮੁਕਤ ਕਰਾ ਲਵੇ। ਇਹਦੇ ਨਾਲ ਹੀ ਚੇਅਰਮੈਨ ਸਾਹਿਬ ਦਾ, ਪ੍ਰਬੰਧਕਾਂ ਦਾ, ਵੀਰ ਜੀ ਹਰਪਾਲ ਸਿੰਘ ਜੀ, ਤੇ ਖਾਸ ਕਰਕੇ ਆਪ ਜੀ ਸਾਰੇ ਵਿਦਿਆਰਥੀਆਂ ਦਾ, ਕਿਉਂਕਿ ਤੁਹਾਡੇ ਬਿਨਾਂ ਇਹ ਕੋਰਸ ਚੱਲ ਨਹੀਂ ਸਕਦੇ, ਤੁਹਾਡੀ ਹਾਜ਼ਰੀ ਬਹੁਤ ਜ਼ਰੂਰੀ ਹੈ। ਸੋ ਤੁਸੀਂ ਅੱਗੇ ਵੀ ਇਹਦਾ, ਜਿਵੇਂ ਆਂਦੇ ਨੇ, ਸਭ ਤੋਂ ਬੈਸਟ ਜਿਹੜੀ ਪਬਲਿਸਿਟੀ ਸੋਰਸ ਹੁੰਦਾ ਵਰਡ ਆਫ ਮਾਊਥ, ਕਿ ਆਪੇ ਆਪਣੇ ਨਾਲ ਜੁੜੇ ਹੋਏ ਹੋਰ ਸੱਜਣਾਂ ਨੂੰ ਦੱਸੋ, ਉਹਨਾਂ ਨੂੰ ਲੈ ਕੇ ਆਓ, ਤਾਂ ਕਿ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਸ਼ਬਦ ਗੁਰੂ ਜਿਸ ਨੂੰ ਅਸੀਂ ਕਹਿੰਦੇ ਹਾਂ, ਉਹਦੀ ਵੱਧ ਤੋਂ ਵੱਧ ਸੋਝੀ ਅਸੀਂ ਆਪ ਗ੍ਰਹਿਣ ਕਰੀਏ, ਆਪਣੀ ਲਾਈਫ ਵਿੱਚ ਉਹਨਾਂ ਨੂੰ ਘਟਾਈਏ, ਕਿ ਅੱਗੇ ਉਹਦਾ ਜਿਹੜਾ ਵਿਸਤਾਰ ਹੋਵੇ, ਉਹਦਾ ਵਾਧਾ ਹੋਵੇ। ਤੇ ਇੱਕ ਛੋਟੀ ਜਿਹੀ ਗੱਲ ਮੈਂ ਕਹਿਣੀ ਰਹਿ ਗਈ, ਜਿਹੜੀ ਸੀ ਨਾ 29 ਪੌੜੀ, ਉਹਦੇ 'ਚ ਇੱਕ ਹੋਰ ਖੂਬਸੂਰਤ, ਇੱਕ ਮਿੰਟ, ਬੜੀ ਪਿਆਰੀ ਪੰਕਤੀ ਮੇਰੇ ਖਿਆਲ ਧਿਆਨ 'ਚੋਂ ਨਿਕਲ ਗਈ ਮੇਰੇ, ਭੁਗਤ ਗਿਆਨ ਦਇਆ ਭੰਡਾਰ। ਭੁਗਤ ਹੁੰਦਾ ਭੋਜਨ, ਕਿ ਜੋਗੀ ਪੁੱਛ ਰਹੇ ਗੁਰੂ ਨਾਨਕ ਸਾਹਿਬ ਨੂੰ ਵੀ ਤੁਸੀਂ ਆਪਣੇ ਸਿੱਖਾਂ ਦਾ, ਇਹਨਾਂ ਦਾ ਭੋਜਨ ਕੀ ਹੈ? ਕਿਉਂਕਿ ਜੋਗੀ ਲੋਕਾਂ ਦਾ ਜਿਹੜਾ ਮਨ ਭਾਉਂਦਾ ਭੋਜਨ ਉਹ ਹੈ ਚੂਰਮਾ, ਚੂਰੀ ਬਣਾ ਕੇ ਤੇ ਉਹ ਵਰਤਾਉਂਦੇ ਨੇ, ਜਿਹੜੀ ਅੱਗੇ ਲਿਖੀ ਆ ਭੰਡਾਰਨ ਮਨ ਵਰਤਾਉਣ ਵਾਲੀ। ਤੇ ਗੁਰੂ ਸਾਹਿਬ ਦਾ ਇੱਕ ਜਵਾਬ, ਜਿਵੇਂ ਮੈਂ ਫਿਰ ਕਿਹਾ ਨਾ, ਬੜੇ ਕਮਾਲਾਂ ਦੇ ਜਵਾਬ। ਉਹ ਨਹੀਂ ਕਹਿੰਦੇ ਵੀ ਉਹਨਾਂ ਦਾ ਭੋਜਨ ਐ ਵੇ ਕਿ ਐ ਵੇ, ਉਹਨਾਂ ਇਹ ਵੀ ਨਹੀਂ ਕਿਹਾ ਵੀ ਕੜਾਹ ਪ੍ਰਸ਼ਾਦ ਭੋਜਨ। ਕੀ ਆਂਦੇ ਨੇ? ਭੁਗਤ ਗਿਆਨ। ਮੇਰੇ ਸਿੱਖਾਂ ਦਾ ਭੋਜਨ ਹੈ ਗਿਆਨ। ਬ੍ਰਹਮ ਗਿਆਨੀ ਕਾ ਭੋਜਨ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਮਤਲਬ ਕਮਾਲ ਦੀਆਂ ਗੱਲਾਂ ਨੇ, ਸਾਨੂੰ ਸੋਚਣ ਦੀ ਲੋੜ ਹੋ ਵੀ ਗੁਰੂ ਸਾਹਿਬ ਇੰਨੀ ਵਾਰ ਇਹ ਗੱਲਾਂ ਕਰ ਰਹੇ, ਫਿਰ ਉਸ ਗਿਆਨ ਨੂੰ, ਵਿਜ਼ਡਮ ਨੂੰ ਸ਼ੇਅਰ ਕਰਨ ਦਾ ਕੌਣ ਸ਼ੇਅਰ ਕਰ ਰਿਹਾ? ਕੀ ਆਂਦੇ ਵੇਖੋ ਉੱਥੇ, ਅਸੀਂ ਚਾਹੁੰਦੇ ਨਾ ਵੀ ਗੁਰੂ ਦੀ ਬਾਤ, ਸਿੱਖੀ ਦੀ ਬਾਤ ਅਸੀਂ ਦੂਜਿਆਂ ਤੱਕ ਚਾਹੁੰਦੇ ਪਹੁੰਚਾਉਣੀ, ਪਰ ਉਹਦਾ ਤਰੀਕਾ ਉਹ ਨਿਕਲਦੇ ਦਇਆ ਭੰਡਾਰਨ, ਉਹਨੂੰ ਵਰਤਾਉਣ ਵਾਲੀ ਹੈ ਦਇਆ। ਇਹਦਾ ਮਤਲਬ ਵੀ ਜਦੋਂ ਤੁਸੀਂ ਚਾਹੁੰਦੇ ਹੋ ਨਾ ਵੀ ਇਹ ਕੰਮ ਮੈਂ ਕਰ ਰਿਹਾ ਤੇ ਇਹ ਵੀ ਕਰੇ, ਉੱਥੇ ਵੇਖਣ ਦੀ ਲੋੜ ਹੈ ਕਿ ਭਾਵਨਾ ਕੀ ਹੈ ਤੁਹਾਡੇ ਅੰਦਰ। ਜੇ ਤੇ ਸਮਝ ਰਹੇ ਹੋ ਵੀ ਮੈਂ ਕਿਉਂਕਿ ਕਰ ਰਿਹਾ ਤੇ ਕੰਮ ਚੰਗਾ ਹੈ ਤੇ ਇਹ ਨਹੀਂ ਕਰ ਰਿਹਾ ਮਾੜਾ ਹੈ, ਫਿਰ ਨਾ ਕਹੋ, ਫਿਰ ਸ਼ੇਅਰ ਨਾ ਕਰੋ ਕਿਸੇ ਨੂੰ। ਗੁਰੂ ਸਾਹਿਬ ਕਹਿੰਦੇ ਵੀ ਉਹ ਕੰਪੈਸ਼ਨ ਵਿੱਚੋਂ ਹੋਣਾ ਚਾਹੀਦਾ, ਕਿ ਇਹ ਗੁਰੂ ਦੀ ਬਾਣੀ ਹੈ, ਐਸੀ ਅਨੂਪਮ, ਐਸੀ ਅੰਮ੍ਰਿਤਮਈ ਬਾਣੀ, ਐਸੀ ਵੱਡੀ ਦਾਤ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਮੈਨੂੰ ਥੋੜ੍ਹੀ ਜਿਹੀ ਸੋਝੀ ਦਿੱਤੀ ਹੈ, ਤੁਹਾਡੇ ਪ੍ਰੇਮ ਤੋਂ ਵਿੱਚੋਂ ਨਿਕਲੇ ਵੀ ਮੈਂ ਚਾਹੁੰਦਾ ਵੀ ਇਹ ਬੀਬੀ ਜੀ ਵੀ ਇੱਦਾਂ ਕਰਨ, ਮੈਂ ਚਾਹੁੰਦਾ ਇਹ ਸੋਝੀ ਅੱਗੇ ਸਾਰਿਆਂ ਤੱਕ ਪਹੁੰਚੇ। ਸੋ ਭਾਵਨਾ ਕੀ ਹੈ, ਇੰਟੈਂਸ਼ਨ ਕੀ ਹੈ ਉੱਥੇ? ਦਇਆ। ਗੁਰੂ ਸਾਹਿਬ ਆਂਦੇ ਵੀ ਮੇਰੇ ਸਿੱਖਾਂ ਦਾ ਭੋਜਨ ਹੈ ਗਿਆਨ, ਤੇ ਆਊਟ ਆਫ ਲਵ ਐਂਡ ਕੰਪੈਸ਼ਨ ਇਹ ਉਸ ਗਿਆਨ ਸ਼ਬਦ ਨੂੰ ਅੱਗੇ ਵਰਤਾਉਂਦੇ। ਇਹਨਾਂ ਕੁਝ ਬੋਲਦੇ ਆ, ਭੁੱਲਾਂ ਚੁੱਕਾਂ ਮੇਰੀਆਂ ਆਪ ਜੀ ਨੇ ਖਿਮਾ ਕਰਨੀਆਂ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਡਾਕਟਰ ਜਸਵੰਤ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਇਸ ਵਿਸ਼ੇ ਨੂੰ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ। ਆਪਾਂ ਰੋਜ਼ ਜਪਜੀ ਸਾਹਿਬ 'ਚ ਬਾਣੀ ਦੀ ਪੰਕਤੀ ਪੜ੍ਹਦੇ ਹਾਂ ਵੀ ਅਸੀਂ ਸਚਿਆਰ ਕਿਵੇਂ ਬਣਨਾ ਹੈ, ਤੇ ਅਖੀਰ ਤੇ ਗੱਲ ਇਹੀ ਸਮਝ ਵਿੱਚ ਆਉਂਦੀ ਹੈ, ਸਾਰ ਇਹੀ ਹੈ ਕਿ ਗੁਣਾਂ ਨੂੰ ਆਪਣੇ ਅੰਦਰ ਆਪਾਂ ਧਾਰਨ ਕਰੀਏ। ਜਦੋਂ ਆਪਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਤੇ ਇਸ ਬਾਣੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਵੀ ਕਹਿੰਦੇ ਨੇ, ਵਿਣ ਗੁਣ ਕੀਤੇ ਭਗਤ। ਗੁਣਾਂ ਤੋਂ ਬਿਨਾਂ ਭਗਤੀ ਵੀ ਨਹੀਂ ਹੋ ਸਕਦੀ। ਗੁਣ ਜ਼ਰੂਰੀ ਨੇ ਜੇ ਤੁਸੀਂ ਬੰਦਗੀ ਕਰਨੀ, ਜੇ ਤੁਸੀਂ ਭਗਤੀ ਕਰਨੀ ਹੈ। ਗੁਣਾਂ ਤੋਂ ਬਿਨਾਂ ਅਸੀਂ ਆਪਣੀ ਜ਼ਿੰਦਗੀ ਨੂੰ ਸਫਲ ਨਹੀਂ ਕਰ ਸਕਦੇ। ਇਹਨਾਂ ਗੁਣਾਂ ਨੂੰ ਧਾਰਨ ਕਰਨਾ ਪਏਗਾ ਸਚਿਆਰ ਬਣਨ ਦੇ ਲਈ, ਤੇ ਜੇ ਸਚਿਆਰ ਬਣ ਗਏ ਤਾਂ ਜ਼ਿੰਦਗੀ ਦਾ ਸਫ਼ਰ ਬੜਾ ਵਧੀਆ। ਔਰ ਉਸ ਮਨੋਰਥ ਦੇ ਵਾਸਤੇ ਇਹ ਜ਼ਿੰਦਗੀ ਜ਼ਰੂਰੀ ਹੈ, ਜਿਸ ਮਨੋਰਥ ਨੂੰ ਸਾਨੂੰ, ਜਿਹੜਾ ਮਨੋਰਥ ਸਾਡੇ ਲਈ ਗੁਰੂ ਸਾਹਿਬ ਨੇ ਫਿਕਸ ਕੀਤਾ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ, ਵਿਸ਼ੇਸ਼ ਤੌਰ ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਇੱਥੇ ਸਾਡੇ ਕੋਲ ਆਏ। ਤੇ ਮੈਂ ਆਸ ਕਰਦਾ ਕਿ ਹੁਣੇ ਡਾਕਟਰ ਸਾਹਿਬ ਨਾਲ ਗੱਲ ਫਾਈਨਲ ਹੋ ਜਾਏਗੀ ਡੇਟ ਦੀ। ਇਸੇ ਸੈਸ਼ਨ 'ਚ ਇੱਕ ਵਾਰੀ ਹੋਰ ਡਾਕਟਰ ਸਾਹਿਬ ਸਾਡੇ ਕੋਲ ਆਉਣਗੇ ਤੇ ਦੋ ਹੋਰ ਵਿਸ਼ਿਆਂ ਤੇ ਇਹਨਾਂ ਕੋਲੋਂ ਆਪਾਂ ਵਿਚਾਰ ਸਰਵਨ ਕਰਾਂਗੇ। ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ ਸਨਮਾਨ ਕਰਨਾ ਹੈ, ਸਿਰੋਪਾਓ ਦੀ ਬਖਸ਼ਿਸ਼ ਕਰਨੀ ਹੈ। ਚੇਅਰਮੈਨ ਸਾਹਿਬ
ਵੀਰ ਜਤਿੰਦਰਪਾਲ ਸਿੰਘ ਜੀ, ਗੋਲਡੀ ਵੀਰ ਜੀ, ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ, ਤੇ ਸਾਡੇ ਵਿੱਚ ਤਲਵਾੜ ਜੀ, MS ਤਲਵਾੜ ਜੀ, ਉਹ ਵੀ ਪੁੱਜੇ ਹੋਏ ਨੇ, ਉਹ ਵੀ ਸਨਮਾਨ ਕਰਨਗੇ ਡਾਕਟਰ ਸਾਹਿਬ ਨੂੰ। ਬੋਲੇ ਸੋ ਨਿਹਾਲ। ਇੱਕ ਵਾਰੀ ਫੇਰ ਗੁਰਮਤਿ ਕਾਲਜ ਵੱਲੋਂ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਲਾਸਟ 1-2 ਮਿੰਟ ਲਈ ਵੀਰ ਜਤਿੰਦਰਪਾਲ ਸਿੰਘ ਜੀ ਸਾਰੀਆਂ ਸੰਗਤਾਂ ਦਾ, ਵਿਸ਼ੇਸ਼ ਤੌਰ ਤੇ ਡਾਕਟਰ ਸਾਹਿਬ ਦਾ ਧੰਨਵਾਦ ਕਰਨਗੇ। ਵੀਰ ਜਤਿੰਦਰਪਾਲ ਸਿੰਘ। ਗੁਰੂ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲੇ ਧੰਨਵਾਦ ਕਰਨਾ ਡਾਕਟਰ ਸਾਹਿਬ ਦਾ, ਜਿਨ੍ਹਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਅੱਜ ਗੁਰ ਸ਼ਬਦ ਦੀ ਵਿਚਾਰ ਕੀਤੀ ਹੈ। ਔਰ ਮੈਂ ਸਮਝਦਾ ਕਿ ਜਿੰਨੇ ਵੀ ਅੱਜ ਇੱਥੇ ਚਾਹੇ ਜ਼ੂਮ ਤੇ ਨੇ, ਇੱਥੇ ਬੈਠੇ ਹੋਏ ਨੇ ਸਾਰੇ, ਜਿੰਨੇ ਵੀ ਸਾਡੇ ਵਿਦਿਆਰਥੀ ਇੱਥੇ ਆਏ ਆ ਸਮੇਤ ਸਾਰੇ, ਕੋਈ ਨਾ ਕੁਝ ਅਸੀਂ ਇੱਥੋਂ ਜ਼ਰੂਰ ਲੈ ਕੇ ਜਾਵਾਂਗੇ ਅੱਜ। ਕਿਉਂਕਿ ਨਵੀਂ ਬਾਣੀ ਹੋਵੇ, ਪੜ੍ਹਨਾ ਹੋਵੇ ਤੇ ਇੱਕ ਵਾਰ ਵਿਚਾਰਨ ਔਖਾ ਹੁੰਦਾ। ਮੈਂ ਸਮਝਦਾ ਜਪਜੀ ਸਾਹਿਬ ਤੋਂ ਸੌਖੀ ਬਾਣੀ ਨਹੀਂ ਹੈ, ਤੇ ਜਪਜੀ ਸਾਹਿਬ ਤਕਰੀਬਨ ਸਾਰੇ ਰੋਜ਼ ਪੜ੍ਹਦੇ ਹਾਂ ਅਸੀਂ। ਫਿਰ ਜਿਸ ਬਾਣੀ ਅਸੀਂ ਰੋਜ਼ ਪੜ੍ਹਦੇ ਹੋਈਏ ਉਹਦੇ ਵਿਚਾਰ ਹੋਵੇ ਤੇ ਸੱਚ ਜਾਣਨਾ, ਫਿਰ ਤੁਹਾਨੂੰ ਦੁਬਾਰਾ ਹੁਣ ਪਾਠ ਸੁਣਨ ਦਾ ਤੇ ਕਰਨ ਦਾ ਆਨੰਦ ਲੱਗ ਆਏਗਾ। ਔਰ ਸੰਗਤ ਜਿਸ ਤਰੀਕੇ ਨਾਲ ਭਾਈ ਸਾਹਿਬ ਬਾਬਾ ਜੀ ਸਰਕਾਰ ਜੋ ਡਾਕਟਰ ਸਾਹਿਬ ਨੇ ਬਹੁਤ ਸੋਹਣੇ ਤਰੀਕੇ ਨਾਲ ਇੱਕ ਗੱਲ ਇੱਕ ਅੱਖਰ ਨੂੰ ਅਲੱਗ-ਅਲੱਗ ਕਰਕੇ ਦੱਸਿਆ ਕਿ ਗੁਰੂ ਸਾਹਿਬ ਨੇ ਸ਼ਬਦ ਕਿੱਥੇ ਕਿਵੇਂ ਦੱਸਿਆ, ਕਿਸ ਤਰੀਕੇ ਨਾਲ ਸਾਨੂੰ ਸੋਝੀ ਪਾਈਏ। ਗੁਰੂ ਸਾਹਿਬ ਮਿਹਰ ਕਰਨਗੇ ਸਾਨੂੰ ਉਸ ਸ਼ਬਦ ਦੀ ਸਮਝਣ ਦੀ ਜਾਂਚ ਆ ਜਾਵੇ। ਸੱਚ ਜਾਣਨਾ ਇਹ ਜਾਂਚ ਹੀ ਗੁਰੂ ਦਿੰਦਾ ਹੈ। ਜੇ ਅੱਜ ਗੁਰੂ ਨੇ ਸਾਨੂੰ ਪ੍ਰੇਰ ਕੇ ਇੱਥੇ ਲਿਆ ਕੇ ਸੰਗਤ ਦੇ ਸਾਨੂੰ ਬਿਠਾਇਆ, ਸੱਜਣ ਜਿੱਥੇ ਗੁਰੂ ਸ਼ਬਦ ਦੀ ਵਿਚਾਰ ਹੋ ਰਹੀ, ਉਹ ਸੰਗਤ ਹੀ ਸਾਡੇ ਦੀ। ਮੇਰੇ ਆਰਤੀ ਬਾਅਦ ਜੋ ਸੰਗਤ ਉਹ ਸਾਰੇ ਇੱਥੇ ਬੈਠੇ ਨੇ, ਉਸ ਸੰਗਤ ਵਿੱਚ ਬਹਿ ਕੇ ਜੇ ਅਸੀਂ ਝੋਲੀਆਂ ਭਰ ਕੇ ਜਾਵਾਂਗੇ ਸਾਡੇ ਸਾਰੇ ਉਪਰਾਲੇ ਕਿਤੇ ਸਫਲ ਆ। ਔਰ ਜਿਹੜੀ ਗੱਲ ਭਾਈ ਡਾਕਟਰ ਸਾਹਿਬ ਨੇ ਆਖੀ ਹੈ ਕਿ ਜਿਸ ਤਰ੍ਹਾਂ ਅਸੀਂ ਅੱਜ ਆਪਣੇ ਤੱਕ ਨੂੰ ਸੀਮਿਤ ਨਾ ਰੱਖੀਏ, ਇਸ ਨੂੰ ਅੱਗੇ ਵੰਡੀਏ ਵੀ। ਸੱਚ ਜਾਣੋ, ਜਿੰਨਾ ਇਸ ਸ਼ਬਦ ਦੇ ਵਿਚਾਰ ਨੂੰ ਅੱਗੇ ਵੰਡੋਗੇ ਇਹ ਹੋਰ ਵੱਧੇਗਾ, ਇਹ ਖਜ਼ਾਨਾ ਹੋਰ ਵੱਧੇਗਾ, ਕੱਟੇਗਾ ਨਹੀਂ। ਔਰ ਆਸ ਕਰਾਂਗੇ ਜਿਸ ਤਰ੍ਹਾਂ ਆਪ ਜੀ ਨੇ ਹੁਣ ਕਿਰਪਾ ਕੀਤੀ ਹੈ, ਕੱਲ੍ਹ ਦੇ ਸੈਸ਼ਨ ਦੇ ਵਿੱਚ ਵੀ ਵੱਧ ਚੜ੍ਹ ਕੇ ਆਪਣੇ ਨਾਲ ਇੱਕ ਸੱਜਣ ਨੂੰ ਪ੍ਰੇਰ ਕੇ ਜ਼ਰੂਰ ਲਿਆਓ। ਸਾਡਾ ਮਕਸਦ ਇਹੀ ਹੈ ਕਿ ਘਰ ਘਰ ਅੰਦਰ ਧਰਮਸ਼ਾਲਾ ਦੀ ਗੱਲ, ਘਰ ਘਰ ਗੁਰੂ ਸ਼ਬਦ ਦੇ ਵਿਚਾਰ ਅਸੀਂ ਪਹੁੰਚਾ ਸਕੀਏ। ਇਹ ਤੁਸੀਂ ਸਾਡਾ ਸਹਿਯੋਗ ਬਣੋ, ਤੁਸੀਂ ਆਪ ਸਾਰੇ ਵਲੰਟੀਅਰ ਹੋ, ਤੁਸੀਂ ਆਪ ਸਾਰੇ ਬੇਅਸਰ ਹੋ ਇਸ ਚੀਜ਼ ਦੇ। ਔਰ ਮੈਂ ਆਸ ਕਰਾਂਗਾ ਤੁਸੀਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ, ਜੇ ਨਹੀਂ ਆ ਸਕਦੇ ਸਾਨੂੰ ਜ਼ੂਮ 'ਚ ਉਹਨਾਂ ਨੂੰ ਦੱਸੋ, ਅਸੀਂ ਲਿੰਕ ਕਰੀਏ। ਜਿਹੜੇ ਆ ਸਕਦੇ ਨਾਲ ਭੇਜ ਕੇ ਲੈ ਕੇ ਆਓ, ਤਾਂ ਕਿ ਕੋਸ਼ਿਸ਼ ਕਰੀਏ ਅੱਜ ਇਸ ਸੇਵਾ ਦੇ ਅੰਦਰ ਸਾਰੇ ਮਿਲ ਕੇ ਹਿੱਸਾ ਪਾਈਏ। ਇਹ ਸੇਵਾ ਹੀ ਹੈ ਗੁਰੂ ਦੇ ਸ਼ਬਦ ਦੀ ਪ੍ਰਚਾਰ ਕਰਨ ਦੀ, ਪ੍ਰੇਰਨ ਦੀ, ਔਰ ਗੁਰੂ ਸ਼ਬਦ ਨਾਲ ਜੋੜਨ ਦੀ। ਆਸ ਹੈ ਕਿ ਆਪ ਜੀ ਇਸ ਬੇਨਤੀਆਂ ਪ੍ਰਵਾਨ ਕਰੋਗੇ। ਮੈਂ ਡਾਕਟਰ ਸਾਹਿਬ ਦਾ ਤਹਿ ਦਿਲੋਂ ਬਹੁਤ ਧੰਨਵਾਦ ਕਰਨਾ, ਜਿਨ੍ਹਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਅੱਜ ਇਸ ਕਲਾਸ ਨੂੰ ਇੱਥੇ ਪਹੁੰਚਿਆ, ਉਚੇਚੇ ਤੌਰ 'ਤੇ ਮੋਹਾਲੀ ਤੋਂ ਇੱਥੇ ਆਏ ਆ। ਮੈਂ ਇਹਨਾਂ ਦਾ ਕੋਟਾਨ ਕੋਟ ਧੰਨਵਾਦ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇੱਕ ਅਨਾਉਂਸਮੈਂਟ ਹੈ ਜੀ, ਪਿਛਲੇ ਹਫਤੇ ਜਿਹੜਾ ਰਿਜ਼ਲਟ ਅਸੀਂ ਡਿਕਲੇਅਰ ਕੀਤਾ ਸੀ, ਜਿਹੜੇ ਸਟੂਡੈਂਟਸ ਨੇ ਕੰਸੋਲੇਸ਼ਨ ਪ੍ਰਾਈਜ਼ ਜਿੱਤੇ ਸਨ, ਉਹਨਾਂ ਦੇ ਸਰਟੀਫਿਕੇਟਸ ਸਿਗਨੇਚਰ ਤੋਂ ਬਿਨਾਂ ਸਾਡੇ ਕੋਲ ਪਏ ਸਨ, ਉਹਨਾਂ ਦੇ ਚੈੱਕਸ ਵੀ। ਉਹ ਸਟੂਡੈਂਟਸ ਅਗਰ ਇੱਥੇ ਹੈਗੇ ਨੇ, ਉਹ ਆਪਣੇ ਆਪਣੇ ਚੈੱਕ ਤੇ ਸਰਟੀਫਿਕੇਟਸ ਉਹ ਸਾਡੇ ਕੋਲੋਂ ਲੈ ਲੈਣ। ਕੰਸੋਲੇਸ਼ਨ ਪ੍ਰਾਈਜ਼ ਵਿਨਰ ਸਨ ਜਿਹੜੇ ਵੀ। ਅਗਰ ਤੁਸੀਂ ਕਹੋ ਤਾਂ ਮੈਂ ਨਾਮ ਤੁਹਾਡੇ ਕੋਲ, ਖੈਰ ਜਿਨ੍ਹਾਂ ਨੇ ਜਿੱਤੇ ਤੁਹਾਡੇ ਕੋਲ ਆਉਣੇ ਨੇ, ਉਹ ਇੱਥੋਂ ਤੁਸੀਂ ਪੁਨੀਤਪਾਲ ਸਿੰਘ ਜੋ ਆਫਿਸ ਦੇ ਵਿੱਚ ਇੰਚਾਰਜ ਨੇ, ਉਹ ਤੁਹਾਨੂੰ ਇੱਥੇ ਮਿਲਣਗੇ, ਤੁਸੀਂ ਉਹਨਾਂ ਕੋਲੋਂ ਕਲੈਕਟ ਕਰ ਸਕਦੇ ਹੋ। ਕੱਲ੍ਹ ਸਾਡੇ ਵਿੱਚ ਬੀਬੀ ਹਰਜਿੰਦਰ ਕੌਰ ਜੀ, ਐਕਸ ਮੇਅਰ ਆਫ ਚੰਡੀਗੜ੍ਹ, ਬੜੇ ਅੱਛੇ ਗੁਰਮਤਿ ਦੇ ਸਪੀਕਰ ਨੇ, ਉਹਨਾਂ ਨੇ ਇੱਥੇ ਪੁੱਜ ਕੇ ਸਾਡੇ ਨਾਲ 2 ਵਿਸ਼ਿਆਂ ਦੇ ਉੱਪਰ ਸਾਂਝ ਪਾਣੀ ਹੈ। ਤੇ ਆਪ ਸਾਰੀਆਂ ਸੰਗਤਾਂ ਦੀ ਸੇਵਾ ਵਿੱਚ ਬੇਨਤੀ ਹੈ, ਕੱਲ੍ਹ ਵੀ ਆਪ ਜੀ ਨੇ ਸਮੇਂ ਸਿਰ ਪੁੱਜ ਕੇ ਜਿਹੜੇ ਵਿਸ਼ੇ ਕੱਲ੍ਹ ਦੇ ਨੇ ਉਹਨਾਂ ਵਿਸ਼ਿਆਂ ਬਾਰੇ ਜਾਣਕਾਰੀ ਲੈਣੀ ਹੈ। ਬੀਬੀ ਹਰਜਿੰਦਰ ਕੌਰ ਜੀ, ਐਕਸ ਮੇਅਰ ਆਫ ਚੰਡੀਗੜ੍ਹ, ਉਹਨਾਂ ਨੇ ਕੱਲ੍ਹ ਸਾਡੇ ਕੋਲ ਪੁੱਜਣਾ ਹੈ। ਆਉਣ ਵਾਲੇ ਹਫ਼ਤਿਆਂ ਵਿੱਚ ਵੀ ਜਿਵੇਂ ਜਿਹੜੇ ਸਪੀਕਰ ਆਉਣਗੇ, ਉਹਨਾਂ ਸਾਰਿਆਂ ਦੀ ਜਾਣਕਾਰੀ ਆਪ ਜੀ ਨੂੰ ਨਾਲ ਦੀ ਨਾਲ ਦਿੱਤੀ ਜਾਏਗੀ। ਇਹ ਸਰਟੀਫਿਕੇਟਸ ਮੇਰੇ ਕੋਲ ਇੱਥੇ ਹੀ ਪਏ ਨੇ, ਜਿਹੜੇ ਕੋਈ ਸਟੂਡੈਂਟਸ ਇੱਥੇ ਹੋਣ ਉਹ ਇੱਥੇ ਵੀ ਲੈ ਸਕਦੇ ਨੇ। ਜਿਨ੍ਹਾਂ ਨੇ ਬਾਅਦ ਵਿੱਚ ਲੈਣੇ ਨੇ, ਉਹ ਕਿਤੇ ਅੱਜ ਨਹੀਂ ਆਏ ਹੋਏ,
ਉਹ ਫਿਰ ਤੁਸੀਂ ਦਫ਼ਤਰ ਵਿੱਚੋਂ ਲੈ ਸਕਦੇ ਹੋ। ਸੋ ਆਪ ਸਾਰਿਆਂ ਲਈ ਗੁਰੂ ਕਾ ਲੰਗਰ ਤਿਆਰ ਹੈ, ਸਭ ਨੇ ਛਕ ਕਰਕੇ ਜਾਣ ਦੀ ਕਿਰਪਾਲਤਾ ਕਰਨੀ। ਇੱਕ ਵਾਰੀ ਫੇਰ ਵਿਸ਼ੇਸ਼ ਤੌਰ ਤੇ ਡਾਕਟਰ ਜਸਵੰਤ ਸਿੰਘ ਜੀ ਦਾ, ਸਾਡੇ ਚੇਅਰਮੈਨ ਸਾਹਿਬ ਵੀਰ ਜਤਿੰਦਰਪਾਲ ਸਿੰਘ ਜੀ ਅਤੇ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।